ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਬਿਗਨਨ ਕੇ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ। ਨਮੋ ਕਰ ਜੋਰੀ ਨਮੋ ਕਰ ਜੋ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾ। ਤਾਰਾਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਆਪ ਲਿਹੋ ਤੁਮ ਕਥਾ ਸੁਧਾਰੀ। ਖਾਨ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਸ ਅੰਮ੍ਰਿਤ ਮਹਿ ਮਜਨ ਕੀਨਾ ਜਿਸ ਤੇ ਭਈ ਦੇਹ ਰੁਝਹੀਨਾ। ਦੰਪਤ ਭਨਤ ਜੋਰ ਕਰ ਦੋ ਸ੍ਰੀ ਸਤਿਗੁਰ ਜੀ ਹੈ ਇਹ ਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਕੀ ਪਾਵਨ ਗੋਦ ਵਿੱਚ ਹਾਜ਼ਰੀਆਂ ਭਰ ਰਹੇ ਹੋ ਔਰ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਕਰਮਾਂ ਦੇ ਬਿਨਾਂ ਭਾਗਾਂ ਦੇ ਸਾਧ ਸੰਗਤ ਦੀਆਂ ਇਹ ਘੜੀਆਂ ਨਹੀਂ ਮਿਲਦੀਆਂ ਔਰ ਸਾਧ ਸੰਗਤ ਨਾ ਮਿਲੇ ਤੇ ਬੰਦੇ ਦੇ ਅੰਦਰ ਵਿਕਾਰਾਂ ਦੀ ਸੰਸਿਆਂ ਦੀ ਭਰਮਾਂ ਦੀ ਭੁਲੇਖਿਆਂ ਦੀ ਮੈਲ ਭਰ ਜਾਂਦੀ ਹੈ। ਹੰਕਾਰ ਤੇ ਹਉਮੈ ਤੇ ਈਰਖਾ ਦੀ ਮੈਲ ਭਰ ਜਾਂਦੀ ਹੈ। ਜਦੋਂ ਕਿਸੇ ਨੂੰ ਮਹਾਂਪੁਰਸ਼ ਦੀ ਸਤਿਗੁਰੂ ਦੀ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਮਿਲ ਜਾਂਦੀ ਹੈ, ਗੁਰੂ ਕੇ ਖਾਲਸੇ ਦੀ ਗੁਰੂ ਕੇ ਸਿੱਖਾਂ ਦੀ ਸੰਗਤ ਮਿਲ ਜਾਂਦੀ ਹੈ, ਉਹਦਾ ਅੰਤਸ਼ਕਰਨ ਮਾਂਜਿਆ ਜਾਂਦਾ ਹੈ, ਮਨ ਸ਼ੁੱਧ ਹੋ ਜਾਂਦਾ ਹੈ। ਆਪਾਂ ਗੁਰੂ ਕੇ ਚਰਨਾਂ 'ਚ ਬੈਠੇ ਹਾਂ, ਜਿਉਂ-ਜਿਉਂ ਬਾਣੀ ਸੁਣਾਂਗੇ ਨਾ ਤਿਉਂ-ਤਿਉਂ ਮਨ ਨਿਰਮਲ ਹੋਵੇਗਾ। ਕਥਾ ਸੁਣਤ ਮਲ ਸਗਲੀ ਖੋਵੈ। ਕਥਾ ਸੁਣਨ ਨਾਲ ਸਾਰੀ ਮੈਲ ਉਤਰਦੀ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਉਤਰਦੀ ਹੈ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਆਪਣੀ ਸੁਰਤੀ ਨੂੰ ਜੋੜ ਲਈਏ। ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਬੀਬੀ ਰਜਨੀ ਆਪਣੇ ਪਤੀ ਨੂੰ ਲੈ ਕੇ, ਜੋ ਪੱਟੀ 'ਤੇ ਰਹਿਣ ਵਾਲਾ ਉੱਥੋਂ ਦਾ ਰਾਜਾ ਸੀ ਦੁਨੀ ਚੰਦ,
ਆਪਣੀਆਂ ਬੇਟੀਆਂ ਤੋਂ ਇਹ ਸੁਣਦਾ ਸੀ ਵੀ ਤੁਸੀਂ ਪਿਤਾ ਜੀ ਸਾਰਾ ਕੁਝ ਦਿੰਦੇ ਹੋ ਤੇ ਅਸੀਂ ਖਾਂਦੇ ਹਾਂ। ਪਰ ਛੋਟੀ ਬੇਟੀ ਨੇ ਕਿਹਾ, ਪਿਤਾ ਜੀ ਇਸ ਸੰਸਾਰ ਵਿੱਚ ਦਾਤਾ ਇੱਕੋ ਪਰਮੇਸ਼ਰ ਹੈ, ਸਾਰੇ ਉਹਦਾ ਦਿੱਤਾ ਖਾਂਦੇ, ਤੁਸੀਂ ਵੀ ਉਹਦਾ ਦਿੱਤਾ ਖਾਂਦੇ, ਮੈਂ ਵੀ ਉਹਦਾ ਦਿੱਤਾ ਖਾਂਦੀ। ਹੰਕਾਰੀ ਪਿਤਾ ਨੇ ਆਪਣੀ ਪੁੱਤਰੀ ਨੂੰ ਸਬਕ ਸਿਖਾਉਣ ਲਈ ਕੋਹੜੀ ਨਾਲ, ਪਿੰਗਲੇ ਨਾਲ ਵਿਆਹ ਦਿੱਤਾ। ਉਹ ਪਿੰਗਲੇ ਨੂੰ ਲੈ ਕੇ ਦਰ ਬਦਰ ਭਟਕਦੀ ਪਰਮੇਸ਼ਰ ਦੇ ਭਰੋਸੇ ਵਿੱਚ ਵੀ ਜੋ ਮੇਰਾ ਪਰਮੇਸ਼ਰ ਨੇ ਪਤੀ ਬਣਾ ਦਿੱਤਾ, ਜੋ ਕਰਮਾਂ 'ਚ ਮੇਰੇ ਲਿਖਿਆ ਉਹੀ ਮੈਨੂੰ ਮਿਲ ਰਿਹਾ। ਪਰਾਲਬਤ ਤੋਂ ਜ਼ਿਆਦਾ ਕੁਛ ਨਹੀਂ ਮਿਲਦਾ, ਪਰਾਲਬਤ ਤੋਂ ਘੱਟ ਵੀ ਨਹੀਂ ਮਿਲਦਾ। ਜੇ ਕਿਸੇ ਦੇ ਕਰਮਾਂ ਵਿੱਚ ਸੁੱਖ ਲਿਖਿਆ ਤੇ ਸੁੱਖ ਮਿਲਣਾ ਹੀ ਮਿਲਣਾ, ਤੇ ਜੇ ਦੁੱਖ ਲਿਖਿਆ ਤੇ ਉਹ ਕੋਈ ਮਿਟਾ ਨਹੀਂ ਸਕਦਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਮਹਾਰਾਜ ਦੇ ਭਾਣੇ ਵਿੱਚ ਸਾਰਾ ਕੁਝ ਹੋ ਰਿਹਾ। ਉਹ ਬੀਬੀ ਭਾਣਾ ਮੰਨਣ ਵਾਲੀ ਆਪਣੇ ਪਤੀ ਨੂੰ ਲੈ ਕੇ ਤੁਰਦੀ ਹੋਈ ਕਈ ਪਿੰਡਾਂ ਨਗਰਾਂ 'ਚ ਭਿਕਸ਼ਾ ਮੰਗ ਕੇ ਆਪਣੇ ਪਤੀ ਨੂੰ ਖਵਾਉਂਦੀ ਹੋਈ, ਜਦੋਂ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਅੱਜ ਕੱਲ੍ਹ ਦੁੱਖ ਭੰਜਣੀ ਬੇਰੀ ਹੈ, ਇੱਥੇ ਝੁੰਡ ਹੁੰਦੇ ਸਨ। ਆਲੇ ਦੁਆਲੇ ਜੰਗਲ ਜਿਹਾ ਸੀ, ਖੇਤਾਂ ਦੇ ਵਿਚਕਾਰ ਕਰਕੇ ਜਗ੍ਹਾ ਸੀ। ਗੁਰੂ ਰਾਮਦਾਸ ਜੀ ਇੱਥੇ ਸਰੋਵਰ ਬਣਾਉਣ ਲੱਗੇ ਸਨ, ਪਰ ਥੋੜ੍ਹੇ ਦਿਨਾਂ 'ਚ ਗੁਰੂ ਅਮਰਦਾਸ ਸਾਹਿਬ ਨੇ ਵਾਪਸ ਬੁਲਾ ਲਿਆ, ਗੋਇੰਦਵਾਲ ਚਲੇ ਗਏ ਸਨ। ਸਰੋਵਰ ਉੱਥੇ ਹੀ ਵਿੱਚੇ ਰੁਕ ਗਿਆ ਸੀ ਤੇ ਉਸ ਸਰੋਵਰ ਦੀ ਸੇਵਾ ਗੁਰੂ ਅਰਜਨ ਦੇਵ ਜੀ ਹੁਣ ਕਰਾਉਣਗੇ। ਇੱਥੇ ਜਦੋਂ ਇਹ ਪਤੀ ਇਹਦਾ ਇਸ਼ਨਾਨ ਕਰਕੇ ਰਾਜੀ ਹੋ ਗਿਆ, ਸਾਖੀ ਸਾਰੇ ਆਪਾਂ ਸੁਣ ਚੁੱਕੇ ਹਾਂ, ਪਿੱਛੋਂ ਲਗਾਤਾਰ ਕਈ ਦਿਨਾਂ ਤੋਂ ਇਹ ਕਥਾ ਚੱਲ ਰਹੀ ਹੈ। ਤਾਂ ਬੀਬੀ ਰਜਨੀ ਗੁਰੂ ਸਾਹਿਬ ਕੋਲੋਂ ਫੈਸਲਾ ਕਰਾਉਣ ਲਈ ਕਿ ਮੇਰਾ ਪਤੀ ਹੈ ਕਿ ਕੋਈ ਹੋਰ ਹੈ, ਆਈ ਹੈ। ਤੇ ਸਤਿਗੁਰੂ ਅੰਤਰਜਾਮੀ ਜੀ ਨੇ ਆਪਣੀ ਸਰਬਗਤਾ ਦੇ ਨਾਲ ਜਾਣ ਲਿਆ ਤੇ ਉਪਦੇਸ਼ ਦਿੱਤਾ ਵੀ ਬੱਚੀ ਤੇਰਾ ਪਤੀ ਇਹੀ ਹੈ। ਇਹ ਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੋਈ ਹੈ ਇਹਦੇ ਉੱਤੇ ਕਿ ਇਹਦਾ ਸਰੀਰ ਰਾਜੀ ਹੋ ਗਿਆ। ਇਹ ਸਰੋਵਰ ਦੀ ਸ਼ਕਤੀ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਮਹਾਰਾਜ ਜੀ ਉਸ ਜਗ੍ਹਾ 'ਤੇ ਬੀਬੀ ਨੂੰ ਲੈ ਕੇ, ਉਹਦੇ ਪਤੀ ਨੂੰ ਲੈ ਕੇ, ਸਾਰੀਆਂ ਸੰਗਤਾਂ ਨੂੰ ਲੈ ਕੇ ਪਹੁੰਚੇ ਹਨ। ਉਹ ਭਾਈ, ਉਹਦਾ ਪਤੀ ਜਿਹੜਾ ਪਿੰਗਲਾ ਹੈ, ਜਿਹੜਾ ਕੋਹੜੀ ਸੀ, ਹੁਣ ਬਿਲਕੁਲ ਰਾਜੀ ਹੋ ਗਿਆ। ਉਹ ਦੱਸ ਰਿਹਾ ਕਿ ਮੈਂ ਇੱਥੇ ਇਸ਼ਨਾਨ ਕਰਕੇ ਰਾਜੀ ਹੋਇਆ। ਸਾਰੀਆਂ ਸੰਗਤਾਂ ਦੇਖ ਕੇ ਹੈਰਾਨ ਹੋ ਰਹੀਆਂ ਨੇ। ਸਾਰਿਆਂ ਦੀ ਰਸਨਾ ਤੋਂ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਸਾਹਿਬ ਦਾ ਜਾਪ ਹੋ ਰਿਹਾ। ਆਓ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਲਾਗੇ ਲੈ ਚੱਲੀਏ। ਅੱਜ ਤੋਂ ਕੋਈ 450 ਸਾਲ ਪਹਿਲਾਂ ਦੀ ਇਹ ਗੱਲ ਹੈ, ਜਦੋਂ ਮਹਾਰਾਜ ਸਰੋਵਰ ਪ੍ਰਗਟ ਕਰਨ ਲੱਗੇ ਨੇ। ਪਿਆਰ ਨਾਲ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਅੰਮ੍ਰਿਤ ਮਹਿ ਮੱਜਨ ਕੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਉੱਥੇ ਪਹੁੰਚੇ, ਬੀਬੀ ਰਜਨੀ ਦਾ ਪਤੀ ਕਹਿੰਦਾ, ਮਹਾਰਾਜ ਮੈਂ ਇਸ ਅੰਮ੍ਰਿਤ ਕੁੰਡ ਵਿੱਚ ਇਸ਼ਨਾਨ ਕੀਤਾ ਹੈ, ਜਿਸ ਤੇ ਭਈ ਦੇਹ ਰੁਝਹੀਨਾ। ਮੇਰੀ ਦੇਹ ਇੱਥੇ ਰਾਜੀ ਹੋ ਗਈ ਹੈ, ਮੇਰਾ ਕੋੜ ਕੱਟਿਆ ਗਿਆ ਹੈ। ਦੰਪਤ ਭਨਤ ਜੋਰ ਕਰ ਦੋ। ਬੀਬੀ ਵੀ, ਉਹ ਰਜਨੀ ਵੀ ਹੱਥ ਜੋੜ ਕੇ ਕਹਿਣ ਲੱਗੀ, ਦੋਵੇਂ ਪਤੀ ਪਤਨੀ ਕਹਿੰਦੇ ਹਨ, ਸ੍ਰੀ ਸਤਿਗੁਰ ਜੀ ਹੈ ਇਹ ਸੋ। ਇਹ ਮਹਾਰਾਜ ਜੀ ਇਹ ਉਹ ਥਾਂ ਹੈ, ਇੱਥੇ ਮੈਨੂੰ ਬਖਸ਼ਿਸ਼ ਮਿਲੀ ਹੈ, ਮੇਰਾ ਪਿੰਗਲਾਪਣ, ਮੇਰਾ ਕੋੜ ਇੱਥੇ ਰਾਜੀ ਹੋਇਆ ਹੈ। ਹਾਂਜੀ, ਤਿਨ ਤੇ ਸੁਨਤ ਸਥਾਨ ਪ੍ਰਤਾਪ। ਸਤਿਗੁਰੂ ਅਰਜਨ ਦੇਵ ਜੀ ਵੀ ਸੁਣ ਰਹੇ ਨੇ ਤੇ ਸਾਰੀ ਸੰਗਤ ਸੁਣ ਰਹੀ ਹੈ। ਉਸ ਜਗ੍ਹਾ ਦੀ ਮਹਿਮਾ, ਉਸ ਸਥਾਨ ਦੀ ਮਹਿਮਾ। ਹਾਂਜੀ, ਨਮੋ ਕੀਨ ਕਰ ਜੋਰੇ ਆਪ। ਗੁਰੂ ਅਰਜਨ ਦੇਵ ਜੀ ਨੇ ਹੱਥ ਜੋੜ ਲਏ ਤੇ ਸਾਰਿਆਂ ਨੇ ਹੱਥ ਜੋੜ ਲਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸਾਰਿਆਂ ਨੇ ਹੱਥ ਜੋੜ ਕੇ ਉਸ ਜਗ੍ਹਾ ਨੂੰ ਨਮਸਕਾਰ ਕੀਤੀ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਕ੍ਰਿਸ਼ਮਾ ਵਰਤਿਆ ਸੀ। ਹਾਂਜੀ, ਹਿਮ ਨਿਸ਼ਚੈ ਕਰ ਤੀਰਥ ਨੀਕੇ। ਇਹ ਨਿਸ਼ਚੈ ਹੋ ਗਿਆ ਵੀ ਗੁਰੂ ਰਾਮਦਾਸ ਜੀ ਦਾ ਖੁਦਾਇਆ ਹੋਇਆ ਸਰੋਵਰ ਅੰਮ੍ਰਿਤਸਰ ਇਹੀ ਹੈ। ਹਾਂਜੀ, ਪੂਰਨ ਭਏ ਮਨੋਰਥ। ਮਹਾਰਾਜ ਬੜੇ ਖੁਸ਼ ਹੋ ਕੇ ਕਹਿੰਦੇ, ਪਰਮੇਸ਼ਰ ਨੇ ਸਾਡੇ ਮਨੋਰਥ ਪੂਰੇ ਕਰ ਦਿੱਤੇ ਆ। ਪ੍ਰਭ ਸਗਲ ਮਨੋਰਥ ਪੂਰੇ, ਬਾਜੇ ਅਨਹਦ ਤੂਰੇ।
ਮਹਾਰਾਜ ਨੇ ਸਾਡੇ ਮਨੋਰਥ ਪੂਰੇ ਕਰ ਦਿੱਤੇ। ਸਾਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪੁਰਾਤਨ ਅੰਮ੍ਰਿਤ ਸਰੋਵਰ ਲੱਭ ਗਿਆ ਹੈ। ਹਾਂਜੀ, ਨਰ ਪ੍ਰਾਕ੍ਰਿਤ ਸਮ ਭਏ ਪ੍ਰਸੰਨ। ਮਹਾਰਾਜ ਉਸ ਵੇਲੇ ਇੰਜ ਪ੍ਰਸੰਨ ਹੋਏ, ਸਾਰੀ ਕੁਦਰਤ ਪ੍ਰਸੰਨ ਹੋਈ, ਸਭ ਸ੍ਰਿਸ਼ਟੀ ਸੱਚੇ ਪਾਤਸ਼ਾਹ ਦੇ ਬੁੱਲ੍ਹਾਂ ਤੇ ਮੁਸਕਰਾਹਟ ਆ ਗਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਰ ਲੀਲਾ ਅਨੁਸਾਰੀ ਹੋ ਕੇ ਪ੍ਰਸੰਨ ਹੋਏ ਹਨ। ਸਦਾ ਸਰਬੱਗ ਗੁਰੂ ਧੰਨ ਧੰਨ। ਸਭ ਕੁਝ ਜਾਣਦੇ ਹਨ ਪਰ ਅਣਜਾਣ ਬਣ ਕੇ ਰਹਿੰਦੇ ਹਨ। ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਹੈ। ਪਤਾ ਉਹਨਾਂ ਨੂੰ ਸਭ ਤੋਂ ਪਹਿਲਾਂ ਸਭ ਕੁਝ ਹੀ ਹੈ, ਪਰ ਇਦਾਂ ਲੱਗ ਰਿਹਾ ਵੀ ਜਿਵੇਂ ਹੁਣੇ ਪਤਾ ਲੱਗਾ ਹੈ। ਹਾਂਜੀ, ਦਾਇਨ ਮਹਿਤਬ ਭਨਿਓ। ਸਾਰੀਆਂ ਸੰਗਤਾਂ ਦੇ ਵਿੱਚ ਮਹਾਰਾਜ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਧਰੇ ਚੌਪ ਚਿਤ ਮਹਿ ਸਭ ਸੁਣਿਓ। ਸੰਗਤਾਂ ਪਿਆਰ ਨਾਲ ਉਤਸ਼ਾਹ ਨਾਲ ਗੁਰੂ ਜੀ ਦੇ ਬਚਨ ਸੁਣ ਰਹੀਆਂ ਹਨ। ਸਤਿਗੁਰ ਅਮਰਦਾਸ ਕੀ ਆਇਸ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਸਿੱਖੋ, ਸਾਡੇ ਵੱਡੇ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਸੀ, ਲੈ ਪਿਤ ਹਮਰੇ ਇਸ਼ਠਾ ਆਇਸੋ। ਸਾਡੇ ਪਿਤਾ ਜੀ ਗੁਰੂ ਰਾਮਦਾਸ ਜੀ ਸਤਿਗੁਰੂ ਅਮਰਦਾਸ ਦਾ ਹੁਕਮ ਲੈ ਕੇ ਇੱਥੇ ਆਏ ਸਨ। ਉਹਨਾਂ ਨੂੰ ਮਹਾਰਾਜ ਨੇ ਕਿਹਾ ਸੀ ਵੀ ਅੰਮ੍ਰਿਤਸਰ ਬਣਾਉਣਾ ਹੈ। ਅੰਮ੍ਰਿਤਸਰ ਸਿਫਤੀ ਦਾ ਘਰ, ਕਿਉਂਕਿ ਲਾਹੌਰ ਦੇ ਸਿੱਖਾਂ ਨੇ, ਪੰਜਾਬ ਦੇ ਸਿੱਖਾਂ ਨੇ ਇਕੱਠਿਆਂ ਹੋ ਕੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਲਾਹੌਰ ਸ਼ਹਿਰ ਨੂੰ ਬੜਾ ਵੱਡਾ ਸਰਾਪ ਮਿਲਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਲਾਹੌਰ ਆਏ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਕਸਾਈ ਗਊਆਂ ਹਲਾਲ ਕਰ ਰਹੇ ਸੀ ਤੇ ਗਊਆਂ ਦਾ ਚੀਕ ਚਿਹਾੜਾ ਸੁਣ ਕੇ ਮਹਾਰਾਜ ਦੇ ਮੂੰਹ ਤੋਂ ਬਚਨ ਨਿਕਲਿਆ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈ। 1412 ਅੰਗ ਤੇ ਮਹੱਲਾ ਪਹਿਲਾ ਸਿਰਲੇਖ ਹੇਠ ਇੱਕੋ ਇਹ ਪੰਕਤੀ ਆਉਂਦੀ ਹੈ। ਇਹ ਸ਼ਲੋਕ 12 ਤੇ ਵਧੀਕ ਵਿੱਚ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ, ਇਹ ਪਹਿਲੇ ਪਾਤਸ਼ਾਹ ਦੇ ਬਚਨ ਹਨ। ਇਹ ਬਚਨ ਮਹਾਰਾਜ ਲਾਹੌਰ ਨੂੰ ਲੱਗੇ ਨੇ। ਉੱਥੇ ਰੋਜ਼ ਸਭਾ ਪੈਰ ਪੌਣੇ 4 ਘੰਟੇ ਬਣਦੇ ਨੇ। 24 ਘੰਟਿਆਂ ਵਿੱਚੋਂ ਇੰਨਾ ਕੁ ਟਾਈਮ 3-4 ਘੰਟੇ ਬੜਾ ਕੁਲਾਹਟ ਮਚਦਾ। ਘਰ ਘਰ ਦੇ ਵਿੱਚ ਲੜਾਈ ਹੋ ਜਾਂਦੀ ਹੈ। ਭਰਾ ਲੜ ਪੈਂਦੇ ਨੇ, ਪਤੀ ਪਤਨੀ ਲੜ ਪੈਂਦੇ ਨੇ, ਪਿਓ ਪੁੱਤਰ ਲੜ ਪੈਂਦੇ, ਬਿਨਾਂ ਮਤਲਬ ਦੇ ਭਾਂਡੇ ਖੜਕ ਜਾਂਦੇ। ਮਹਾਰਾਜ ਲਾਹੌਰ ਸ਼ਹਿਰ ਨੂੰ ਐਡਾ ਵੱਡਾ ਸਰਾਪ ਹੈ, ਪੰਜਾਬ ਦੀ ਰਾਜਧਾਨੀ ਹੈ, ਬਚਨ ਵਾਪਸ ਲੈ ਲਓ। ਗੁਰੂ ਅਮਰਦਾਸ ਕਹਿਣ ਲੱਗੇ, ਭਾਈ ਗੁਰਮੁਖੋ, ਕਦੀ ਗੁਰੂ ਨਾਨਕ ਦੇ ਬਚਨ ਵਾਪਸ ਹੋ ਸਕਦੇ? ਕੋਈ ਦੁਨੀਆ ਦੀ ਤਾਕਤ ਨਹੀਂ ਗੁਰੂ ਨਾਨਕ ਦੀ ਰਸਨਾ ਤੋਂ ਨਿਕਲੇ ਬੋਲਾਂ ਨੂੰ ਵਾਪਸ ਕਰ ਦੇਵੇ। ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ। ਮਹਾਰਾਜ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਦੇ ਬਚਨ ਵਾਪਸ ਨਹੀਂ ਹੋ ਸਕਦੇ, ਪਰ ਅਸੀਂ ਉਹਦੇ ਲਾਗੇ ਲਾਹੌਰ ਦੇ ਨੇੜੇ ਇੱਥੇ ਪੰਜਾਬ ਦੀ ਧਰਤੀ ਤੇ ਅੰਮ੍ਰਿਤ ਦਾ ਸਰੋਵਰ ਬਣਾਵਾਂਗੇ, ਜਿੱਥੋਂ ਅੰਮ੍ਰਿਤ ਵਸਿਆ ਕਰੇਗਾ। ਅੰਮ੍ਰਿਤ ਜਿਸ ਨੂੰ ਪੀ ਕੇ ਸਾਰਿਆਂ ਦੇ ਮਨ ਠੰਡੇ ਹੋਇਆ ਕਰਨਗੇ। ਗੁਰਬਾਣੀ ਅੰਮ੍ਰਿਤ ਜਿੱਥੇ ਵਸਿਆ ਕਰੇਗਾ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਨਾਲ ਲੱਗਦਾ ਹੀ ਸ਼ਲੋਕ ਲਿਖ ਦਿੱਤਾ, ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਦੋਵੇਂ ਸ਼ਲੋਕ ਇਕੱਠੇ ਹਨ। ਮਹੱਲਾ ਪਹਿਲਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ। ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਜਿਹੜੇ ਦੋਵੇਂ ਬਚਨ ਨੇ 1412 ਅੰਗ ਤੇ ਗੁਰੂ ਮਹਾਰਾਜ ਨੇ ਲਿਖੇ ਨੇ, ਤੇ ਨਾਲ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਹੁਕਮ ਲਾਇਆ ਕਿ ਤੁਸੀਂ ਜਾ ਕੇ ਉੱਥੇ ਸਰੋਵਰ ਦੀ ਸੇਵਾ ਸ਼ੁਰੂ ਕਰਾਓ। ਗੁਰੂ ਰਾਮਦਾਸ ਜੀ ਆਏ, ਸਰੋਵਰ ਦੀ ਸੇਵਾ ਸ਼ੁਰੂ ਕਰਾਈ, ਪਰ ਪਿੱਛੋਂ ਹੁਕਮ ਆ ਗਿਆ ਵੀ ਵਾਪਸ ਆ ਜਾਓ। ਉਹ ਸਰੋਵਰ ਅਜੇ ਥੋੜਾ ਹੀ ਖੋਦਿਆ ਸੀ, ਥੋੜੀ ਖੁਦਾਈ ਹੋਈ ਸੀ ਕਿ ਗੁਰੂ ਰਾਮਦਾਸ ਜੀ ਵਾਪਸ ਸ੍ਰੀ ਅੰਮ੍ਰਿਤਸਰ ਚਲੇ, ਗੋਇੰਦਵਾਲ ਸਾਹਿਬ ਚਲੇ ਗਏ। ਹਾਂਜੀ, ਪਾਵਨ ਤੀਰਥ ਕੋ ਬਿਦ ਤਾਵਨ। ਮਹਾਰਾਜ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਵੀ ਇੱਕ ਐਸਾ ਤੀਰਥ ਪ੍ਰਗਟ ਕਰੋ ਜਿੱਥੇ 8 ਪੈਰ ਅੰਮ੍ਰਿਤ ਦੀ ਵਰਖਾ ਹੋਵੇਗੀ, ਅੰਮ੍ਰਿਤ ਬਾਣੀ ਵਸੇਗੀ, ਅੰਮ੍ਰਿਤ ਨਾਮ ਵਸੇਗਾ। ਸਾਧ ਸੰਗਤ ਜੀ,
ਠੀਕ ਹੈ ਕਿ ਬਾਹਰ ਰਾਜਨੀਤੀ ਜਿੰਨੀ ਮਰਜ਼ੀ ਹੋਈ ਜਾਵੇ, ਹੁੰਦੀ ਰਹਿੰਦੀ ਹੈ, ਪਰ ਜਦੋਂ ਸਰੋਵਰ ਦੀਆਂ ਪੌੜੀਆਂ ਉੱਤਰ ਜਾਂਦੇ ਹੋ ਚਾਰੇ ਪਾਸਿਓਂ, ਭਾਵੇਂ ਤੁਸੀਂ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਉਤਰੋ, ਭਾਵੇਂ ਘੰਟਾ ਘਰ ਵਾਲੇ ਪਾਸਿਓਂ, ਭਾਵੇਂ ਲੰਗਰ ਵਾਲੇ ਪਾਸਿਓਂ, ਤੁਹਾਨੂੰ ਸਭ ਦੁਨੀਆ ਭੁੱਲ ਜਾਂਦੀ ਹੈ। ਉੱਥੇ ਉਹ ਜਿਹੜਾ ਬਣਾਇਆ ਹੀ ਇਸ ਤਰੀਕੇ ਨਾਲ ਹੈ ਵੀ ਜਦੋਂ ਪੌੜੀਆਂ ਉਤਰੇਗਾ ਤੇਰਾ ਮਨ ਨੀਵਾਂ ਹੁੰਦਾ ਜਾਏਗਾ, ਮਨ ਨੂੰ ਠੰਡ ਪੈ, ਤੇ ਉਧਰੋਂ ਹਰਿਮੰਦਰ ਸਾਹਿਬ ਚੋਂ ਅੰਮ੍ਰਿਤ ਬਾਣੀ ਦੀਆਂ ਕਿਰਨਾਂ ਸਰੋਵਰ ਤੇ ਪੈ ਰਹੀਆਂ ਨੇ ਤੇ ਗੁਰਸਿੱਖਾਂ ਦੇ ਹਿਰਦਿਆਂ 'ਚ ਪੈਂਦੀਆਂ ਨੇ, ਕੰਨਾਂ 'ਚ ਪੈਂਦੀਆਂ ਨੇ, ਮਨ ਸ਼ਾਂਤ ਹੋ ਜਾਂਦਾ। ਇਹ ਉੱਥੋਂ ਦੀ ਕੁਦਰਤੀ ਕਲਾ ਹੈ, ਇਹ ਗੁਰੂ ਰਾਮਦਾਸ ਦੀ ਕਰਾਮਾਤ ਹੈ, ਇਹ ਉਹਨਾਂ ਦੀ ਬਖਸ਼ਿਸ਼ ਹੈ। ਅੰਮ੍ਰਿਤ ਵਸੇਗਾ, ਅੱਠੇ ਪਹਿਰ ਨਾਮ ਬਾਣੀ ਦਾ ਅੰਮ੍ਰਿਤ ਵਸੇਗਾ, ਅੰਮ੍ਰਿਤ ਸਰੋਵਰ ਬਣੇਗਾ। ਇਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਗੁਰੂ ਅਮਰਦਾਸ ਦਾ ਹੁਕਮ ਮੰਨ ਕੇ ਆ ਕੇ ਸੇਵਾ ਸ਼ੁਰੂ ਕੀਤੀ ਹੈ। ਹਾਂਜੀ, ਲਾਏ ਬ੍ਰਿੰਦ ਨਰ ਕੀਨ ਖਨਾਵਨ। ਬਹੁਤ ਸਾਰੇ ਲੋਕ ਆ ਕੇ ਸਰੋਵਰ ਦੀ ਸੇਵਾ ਕਰਨ ਲੱਗੇ ਸਨ ਜਦੋਂ ਗੁਰੂ ਰਾਮਦਾਸ ਜੀ ਸ਼ੁਰੂ ਕਰਾਇਆ ਸੀ। ਹਾਂਜੀ, ਨਹੀਂ ਸਪੂਰਨ ਕਾਰਜ ਹੋਵਾ। ਪਰ ਇਹ ਕੰਮ ਪੂਰਾ ਨਹੀਂ ਸੀ ਹੋਇਆ, ਅਜੇ ਕੰਮ ਸ਼ੁਰੂ ਹੀ ਹੋਇਆ ਸੀ। ਉਹਨਾਂ ਦਿਨਾਂ ਵਿੱਚ ਖੁਦਾਈ ਕਈਆਂ ਨਾਲ ਕਰਨੀ ਪੈਂਦੀ ਸੀ ਤੇ ਬੜਾ ਔਖਾ ਸੀ ਕੰਮ। ਜ਼ਮੀਨ ਪੁੱਟਣੀ, ਸੰਗਤਾਂ ਲੱਗੀਆਂ ਰਹੀਆਂ, ਪੁੱਟਦੀਆਂ ਰਹੀਆਂ, ਪਰ ਕੰਮ ਅਜੇ ਰਹਿੰਦਾ ਸੀ। ਹਾਂਜੀ, ਗੋਇੰਦਵਾਲ ਜਾਏ ਗੁਰ ਜੋਵਾ। ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਹੁਕਮ ਆਇਆ ਵੀ ਵਾਪਸ ਗੋਇੰਦਵਾਲ ਆ ਜਾਓ, ਤੇ ਗੁਰੂ ਅਮਰਦਾਸ ਜੀ ਦਾ ਹੁਕਮ ਪਾ ਕੇ ਚੌਥੇ ਪਾਤਸ਼ਾਹ ਵਾਪਸ ਚਲੇ ਗਏ। ਹਾਂਜੀ, ਪੁਨ ਜਲ ਸੋ ਬਹਿ ਮ੍ਰਿਤਕਾ ਭਰੀ। ਉਹ ਜਿਹੜਾ ਖੁਦਾਈ ਕੀਤੀ ਸੀ ਉਹ ਮੀਂਹ ਪੈ ਪੈ ਕੇ ਨਾ ਜਿਹੜੀ ਮਿੱਟੀ ਸੀ ਫੇਰ ਉਹਦੇ ਵਿੱਚ ਪੈਣੀ ਸ਼ੁਰੂ ਹੋ ਗਈ, ਖੁਰ ਖੁਰ ਕੇ ਮਿੱਟੀ ਆਲੇ ਦੁਆਲਿਓਂ ਉੱਥੇ ਪੈਣੀ ਸ਼ੁਰੂ ਹੋ ਗਈ, ਤੇ ਉਹ ਸਰੋਵਰ ਜਿਹੜਾ ਖੋਦਿਆ ਸੀ ਮਹਾਰਾਜ ਨੇ ਉਹ ਭਰ ਗਿਆ। ਹਾਂਜੀ, ਖਣੀ ਥਾਏ ਸੋ ਪੂਰਨ ਕਰੀ। ਉਹ ਮਿੱਟੀ ਦੇ ਨਾਲ ਪੱਟੀ ਹੋਈ ਥਾਂ ਫਿਰ ਭਰ ਗਈ। ਚਿੰਨ ਮਾਤਰ ਇਹੋ ਜਾਣਿਓ ਜਾਏ। ਬਸ ਥੋੜਾ ਜਿਹਾ ਜਲ ਜਿਹਦੇ ਵਿੱਚ ਇੱਕ ਦੋ ਬੰਦੇ ਇਸ਼ਨਾਨ ਕਰ ਸਕਣ, ਥੋੜਾ ਜਿਹਾ ਕੁੰਡ, 2-4 10 ਕੁ ਫੁੱਟ ਪਾਣੀ ਰਹਿ ਗਿਆ, ਬਾਕੀ ਆਲਾ ਦੁਆਲਾ ਉੱਚੀ ਹੋ ਗਈ ਥਾਂ। ਹਾਂਜੀ, ਰਹੇ ਚਾਹੇ ਇਹੋ ਥਲ ਨਹਿ ਪਾਏ। ਅਸੀਂ ਚਾਹੁੰਦੇ ਸੀ, ਗੁਰੂ ਅਰਜਨ ਦੇਵ ਜੀ ਕਹਿੰਦੇ, ਪਰ ਇਹ ਥਾਂ ਸਾਡੀਆਂ ਅੱਖਾਂ ਵਿੱਚ ਆਇਆ ਨਹੀਂ ਸੀ। ਹਾਂਜੀ, ਅਬ ਸਤਿਗੁਰ ਸਭ ਕਾਜ ਸਵਾਰੇ। ਇਹ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਨੇ ਆਪ ਹੀ ਕਿਰਪਾ ਕਰਕੇ, ਗੁਰੂ ਅਮਰਦਾਸ ਜੀ ਨੇ ਆਪ ਕਿਰਪਾ ਕਰਕੇ ਇਹ ਕੌਤਕ ਵਰਤਾ ਦਿੱਤਾ। ਇਸ ਬੀਬੀ ਦੇ ਪਤੀ, ਰਜਨੀ ਦੇ ਪਤੀ ਨੂੰ ਰਾਜੀ ਕਰਕੇ ਦੱਸ ਦਿੱਤਾ ਵੀ ਸਾਡਾ ਸਰੋਵਰ ਇਹ ਹੈ। ਹਾਂਜੀ, ਉਦਮ ਕਰੋ ਸਿੱਖ ਅਨੁਸਾਰੇ। ਭਾਈ ਗੁਰੂ ਕੇ ਪਿਆਰਿਓ, ਗੁਰਸਿੱਖੋ, ਹੁਣ ਸਾਰੇ ਉਦਮ ਕਰੀਏ ਗੁਰੂ ਸਾਹਿਬ ਦਾ ਇਹ ਸਰੋਵਰ ਛੇਤੀ ਛੇਤੀ ਬਣ ਜਾਵੇ। ਹਾਂਜੀ, ਧਨ ਤੇ ਤਨ ਤੇ ਮਨ ਤੇ ਬਚਤੇ। ਹੁਣ ਲੱਗ ਜਾਈਏ ਆਪਾਂ ਤਨ ਕਰਕੇ, ਮਨ ਕਰਕੇ, ਧਨ ਕਰਕੇ, ਮਨ ਬਚਨ ਕਰਮ ਕਰਕੇ, ਯਾਨੀ ਸਰੀਰ ਕਰਕੇ ਹੱਥਾਂ ਨਾਲ ਸੇਵਾ ਕਰਨੀ, ਤਨ ਕਰਕੇ ਭਾਵਨਾ ਰੱਖਣੀ ਵੀ ਸੇਵਾ ਕਰਨੀ ਹੈ, ਮਨ ਕਰਕੇ। ਕੋਲ ਮਾਇਆ ਹੈ, ਉਸ ਮਾਇਆ ਨੂੰ ਇੱਥੇ ਖਰਚ ਕਰੀਏ ਧਨ ਕਰਕੇ। ਬਚਨ ਕਰਕੇ ਕਿਵੇਂ ਹੁੰਦਾ? ਜ਼ੁਬਾਨ ਦੇ ਨਾਲ ਦੂਜੇ ਨੂੰ ਕਹਿਣਾ, ਆ ਭਾਈ ਤੂੰ ਵੀ ਸੇਵਾ ਕਰ ਲੈ, ਇਹ ਵੀ ਸੇਵਾ, ਪ੍ਰੇਰਣਾ ਦੇਣੀ ਸੇਵਾ ਦੀ। ਆਪਣੀ ਜ਼ੁਬਾਨ ਨੂੰ ਉਸ ਕੰਮ ਤੇ ਲਾਣਾ ਜਿਹਦੇ ਨਾਲ ਗੁਰੂ ਕੇ ਸਰੋਵਰ ਦੀ ਸੇਵਾ ਹੋਵੇ। ਇਹ ਬਚਨ ਕਰਕੇ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਕਰਮ ਕਰਕੇ, ਬਾਣੀ ਕਰਕੇ ਸੇਵਾ ਕਰੋ ਭਾਈ। ਹਾਂਜੀ, ਤੀਰਥਕਾਰ ਕਰਹਿ ਲਹਿ ਸੱਚ ਤੇ। ਮਹਾਰਾਜ ਕਹਿੰਦੇ ਜਿਹੜੇ ਸਰੋਵਰ ਦੀ ਸੇਵਾ ਕਰਨਗੇ ਉਹਨਾਂ ਨੂੰ ਪਰਮਾਤਮਾ ਰੂਪੀ ਸੱਚ ਦੀ ਪ੍ਰਾਪਤੀ ਹੋਵੇਗੀ। ਜਹ ਕਹੇ ਤੇ ਮਜੂਰ ਚਲ ਆਵੈ। ਉਸ ਵੇਲੇ ਹੁਕਮ ਦਿੱਤਾ ਵੀ ਜਿੱਥੇ ਕਿੱਥੇ ਕੋਈ ਸੇਵਾ ਕਰਨ ਵਾਲਾ ਹੈ, ਕੋਈ ਮਜ਼ਦੂਰੀ ਕਰਨ ਵਾਲਾ ਹੈ, ਕੋਈ ਮਿਹਨਤ ਕਰਨ ਵਾਲਾ ਹੈ, ਖੁਦਾਈ ਕਰਨ ਵਾਲਾ, ਆ ਜਾਵੇ, ਗੁਰੂ ਘਰ ਦੇ ਸਰੋਵਰ ਦੀ ਸੇਵਾ 'ਚ ਲੱਗ ਜਾਵੇ। ਜਿਹੜਾ ਦਿਹਾੜੀ ਮੰਗੇਗਾ ਉਹਨੂੰ ਦਿਹਾੜੀ ਵੀ ਦਿਆਂਗੇ, ਜਿਹੜਾ ਫਰੀ ਸੇਵਾ ਕਰੇਗਾ ਉਹਨੂੰ ਫਰੀ ਗੁਰੂ ਕੇ ਸੇਵਾ ਦੇ ਖੁਸ਼ੇ ਮਿਲਣਗੇ। ਇਹ ਹੁਕਮ ਪੰਜਵੇਂ ਪਾਤਸ਼ਾਹ ਨੇ ਦਿੱਤਾ। ਹਾਂਜੀ, ਕਰਹਿ ਕਾਰ ਮਿਹਨਤ ਨਿਤ ਪਾਵੈ। ਜਿਹੜੇ ਸੇਵਾ ਕਰਨਗੇ ਦਿਹਾੜੀ ਨਾਲ ਉਹਨਾਂ ਨੂੰ ਮਿਹਨਤ ਮਜ਼ਦੂਰੀ ਦੇ ਪੈਸੇ ਵੀ ਦਿਆਂਗੇ। ਹਾਂਜੀ, ਪੰਚਾ ਅੰਮ੍ਰਿਤ ਕਰਵਾਏ ਸੋ ਘਣੋ। ਉਸ ਵੇਲੇ ਬਾਬਾ ਬੁੱਢਾ ਜੀ ਨਾਲ ਸਲਾਹ ਕੀਤੀ, ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਵੱਡੀ ਦੇਗ ਤਿਆਰ ਕੀਤੀ, ਖੁੱਲੀ, ਵੀ ਜਿੰਨੀਆਂ ਸੰਗਤਾਂ ਆਈਆਂ ਖੁੱਲੀਆਂ ਦੇਗਾਂ ਛਕਣ ਸਾਰੀਆਂ। ਹਾਂਜੀ,
ਅਰਦਾਸ ਨਾਮ ਗੁਰ ਭਨੋ। ਤੇ ਫਿਰ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕੀਤੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ, ਧੰਨ ਸਤਿਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ, ਤੁਹਾਡਾ ਹੀ ਕਾਰਜ ਹੈ। ਆਪ ਸਹਾਈ ਹੋਵੋ, ਇਹ ਸਰੋਵਰ ਦੀ ਸੇਵਾ ਸ਼ੁਰੂ ਕਰਨ ਦੀ ਆਗਿਆ ਬਖਸ਼ੋ। ਏਦਾਂ ਅਰਦਾਸ ਕਰਕੇ ਮੱਥਾ ਟੇਕਿਆ ਨਰ ਸਮੁਦਾਇ ਨ ਮਹਿ ਵਰਤਾਇਓ। ਤੇ ਕੜਾਹ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ 'ਚ ਵਰਤਾਈ ਗਈ। ਜਿੱਥੇ ਅੱਜ ਕੱਲ੍ਹ ਦੁੱਖ ਭੰਜਨੀ ਬੇਰੀ ਹੈ ਨਾ, ਇਹਦੇ ਲਾਗੇ ਸੈਂਕੜੇ ਸਿੱਖ ਖੜੇ ਸਨ। ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ, ਦੇਗਾਂ ਛਕ ਕੇ ਤੇ ਕਈਆਂ ਲੈ ਕੇ ਤੇ ਬਾਟੇ ਲੈ ਕੇ ਸੇਵਾ ਨੂੰ ਜੁਟ ਗਏ। ਹਾਂਜੀ, ਕਰਿਓ ਮਹੂਰਤ ਬਿਘਨ ਨਸਾਇਓ। ਸਭ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਸੇਵਾ 'ਚ ਲੱਗ ਗਏ। ਚੰਗੀ ਘੜੀ, ਚੰਗੀ ਮਹੂਰਤ, ਜਿਸ ਵੇਲੇ ਇਹ ਮਹਾਰਾਜ ਦੀ ਸੇਵਾ ਸ਼ੁਰੂ ਹੋਈ। ਬਾਣੀ 'ਚ ਪੰਕਤੀ ਆਈ ਹੈ, ਭਲੋ ਸੋ ਮੂਰਤ ਪੂਰਾ। ਉਹ ਮੂਰਤ, ਉਹ ਘੜੀ ਭਲੀ ਹੈ ਜਿਸ ਘੜੀ ਮਹਾਰਾਜ ਨੇ ਇਹ ਸੇਵਾ ਸ਼ੁਰੂ ਕਰਾਈ ਹੈ। ਹਾਂਜੀ, ਤੀਖਨ ਖਨਨੀ ਲੈ ਕਰ ਹਾਥ। ਸਭ ਤੋਂ ਪਹਿਲਾਂ ਤਿੱਖੀ ਕਈ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਫੜੀ ਹੈ। ਹਾਂਜੀ, ਮ੍ਰਿਤਕਾ ਖਨੀ ਪ੍ਰਥਮ ਗੁਰਨਾਥ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਟੱਕ ਲਾਇਆ, ਮਿੱਟੀ ਪਟਣੀ ਸ਼ੁਰੂ ਕੀਤੀ ਹੈ। ਸਗਰੇ ਸਿੱਖ ਆਗਿਆ ਕੋ ਪਾਏ। ਬਸ ਪਿੱਛੋਂ ਫਿਰ ਸੈਂਕੜੇ ਹਜ਼ਾਰਾਂ ਸਿੱਖ ਗੁਰੂ ਸਾਹਿਬ ਦੀ ਆਗਿਆ ਪਾ ਕੇ ਖੁਦਾਈ ਕਰਨ ਲੱਗ ਪਏ ਹਨ। ਰਗੇ ਸੇਵ ਕੋ ਚੌਂਪ ਉਪਾਏ। ਬੜੇ ਚਾਹ ਦੇ ਨਾਲ, ਬੜੀ ਭਾਵਨਾ ਦੇ ਨਾਲ ਮਿੱਟੀ ਪੁੱਟਣ ਲੱਗੇ ਹਨ। ਕਨਹੋ ਗਹੀ ਖਨਨੀ ਕਰ ਮਾਹੀ। ਕਿਸੇ ਨੇ ਆਪਣੇ ਹੱਥ ਵਿੱਚ ਕਈ ਫੜ ਲਈ ਹੈ। ਕਨਹਿ ਕਰਹਿ ਥਲ ਪ੍ਰੇਮ ਉਮਾਹੀ। ਉਹ ਕਈਆਂ ਵਾਲੇ ਜ਼ੋਰ ਜ਼ੋਰ ਨਾਲ ਮਿੱਟੀ ਪੁੱਟਦੇ ਹਨ। ਖਿਨਹੋ ਟੋਕਰੀ ਸਿਰ ਪਰ ਧਰੀ। ਤੇ ਕੋਈ ਟੋਕਰੀ ਦੇ ਵਿੱਚ ਪਾ ਕੇ ਬਾਹਰ ਸੁੱਟਣ ਜਾਂਦੇ ਨੇ। ਕੋਈ ਟੋਕਰੀਆਂ ਵਾਲੇ ਨੇ, ਕੁਝ ਕਈਆਂ ਵਾਲੇ ਨੇ। ਧੰਨ ਗੁਰੂ ਰਾਮਦਾਸ ਦੇ ਸਰੋਵਰ ਦੀ ਅੰਮ੍ਰਿਤਸਰ ਦੀ ਸੇਵਾ ਸ਼ੁਰੂ ਹੋ ਗਈ ਹੈ। ਹਾਂਜੀ, ਬਹੁਤ ਭਾਰ ਹੱਥ ਨਸੋ ਭਰੀ। ਤੇ ਕਈਆਂ ਕੋਲ ਵਿਚਾਰਿਆਂ ਕੋਲ ਟੋਕਰੀ ਕੋਈ ਨਹੀਂ, ਉਹ ਆਪਣੇ ਕੋਲ ਜੇ ਕੱਪੜਾ ਹੁੰਦਾ ਉਹ ਕੱਪੜੇ 'ਚ ਹੀ ਪਾ ਕੇ ਬਾਹਰ ਸੁੱਟਣ ਚਲੇ ਜਾਂਦੇ। ਇੰਨੀ ਭਾਵਨਾ ਹੁਣ ਤੱਕ ਉੱਦਾਂ ਹੀ ਹੈ ਸਾਧ ਸੰਗਤ ਜੀ। ਜਦੋਂ ਪਿੱਛੇ ਸੇਵਾ ਹੋਈ ਸੀ 2004 ਵਿੱਚ, ਦਾਸ ਉਦੋਂ ਹਾਜ਼ਰੀ ਭਰੀ, ਬਈ ਦੇਖਿਆ ਵੀ ਵੱਡੇ ਵੱਡੇ ਕਹਿੰਦੇ ਕੁਹਾਂਦੇ ਸਰਦੇ ਪੁੱਜਦੇ ਰਾਜੇ ਮਹਾਰਾਜੇ ਗੁਰਸਿੱਖ ਘਰਾਂ ਦੇ ਆਏ ਨੇ। ਤੇ ਉੱਥੋਂ ਦਾ DC ਕਹਿਣ ਲੱਗਾ ਜੀ ਜਿੰਨੀ ਇਹ ਕਾਰ ਕੱਢਾਂਗੇ ਸੁੱਟਾਂਗੇ ਕਿੱਥੇ? ਅੰਮ੍ਰਿਤਸਰ ਦੀ ਉਹ ਜਿਹੜੇ ਸਰੋਵਰ 'ਚੋਂ ਨਿਕਲਣਾ ਨਾ, ਵੀ ਗਾਰਾ ਨਿਕਲਣਾ ਥੱਲਿਓਂ, ਉਹ ਸੁੱਟਣਾ ਕਿੱਥੇ ਹੈ? ਸਿੰਘ ਕਹਿੰਦੇ ਤੂੰ ਫਿਕਰ ਨਾ ਕਰ, ਇਹ ਤੇ ਲੱਭਣਾ ਹੀ ਕੋਈ ਨਹੀਂ। ਉਹ ਘਰਾਂ ਨੂੰ ਹੀ ਲੈ ਗਈਆਂ ਸੰਗਤਾਂ। ਇੰਨੀ ਭਾਵਨਾ ਉਸ ਸਰੋਵਰ ਦੇ ਉੱਤੇ। ਅਮਰੀਕਾ ਕੈਨੇਡਾ ਤੱਕ ਸੰਗਤਾਂ ਚੁੱਕ ਕੇ ਲੈ ਆਈਆਂ ਮਹਾਰਾਜ ਦੇ ਸਰੋਵਰ ਦੀ ਕਾਰ। ਤੋ ਇਹ ਭਾਵਨਾ, ਕਹਿੰਦੇ ਕਈਆਂ ਕੋਈ ਨਹੀਂ, ਕਿਸੇ ਕੋਲ ਉਹ ਬਾਟਾ ਕੋਈ ਨਹੀਂ, ਟੋਕਰਾ ਕੋਈ ਨਹੀਂ, ਉਹ ਆਪਣੇ ਪੱਲੇ ਵਿੱਚ ਹੀ ਮਿੱਟੀ ਪਾ ਕੇ ਨਾ, ਮਾਈਆਂ ਆਪਣੀ ਚੁੰਨੀਆਂ 'ਚ ਪਾ ਕੇ ਤੇ ਬਾਹਰ ਸੁੱਟਣ ਜਾਂਦੀਆਂ। ਧੰਨ ਗੁਰੂ ਰਾਮਦਾਸ ਜੀ ਉੱਤੇ ਇੰਨੀ ਸ਼ਰਧਾ ਹੈ ਸਿੱਖਾਂ ਦੀ। ਹਾਂਜੀ, ਕੇਤਕ ਲੈ ਕਰ ਵਹਿਰ ਗਿਰਾਵ ਹੈ। ਕਈ ਮਿੱਟੀ ਚੁੱਕਦੇ ਨੇ, ਕਈ ਚੁਕਾਉਂਦੇ ਨੇ, ਕਈ ਚੁੱਕ ਕੇ ਬਾਹਰ ਸਿੱਟ ਕੇ ਆਉਂਦੇ ਨੇ। ਕੋ ਕਹਿ ਕਰ ਉਤਸਾਹੋ ਬਦਾਹ। ਤੇ ਕਈ ਦੂਸਰਿਆਂ ਨੂੰ ਹੌਸਲਾ ਦਿੰਦੇ, ਤਗੜੇ ਹੋਵੋ। ਜਿਵੇਂ ਬਾਬਾ ਬੁੱਢਾ ਜੀ ਨੇ, ਮਹਾਂਪੁਰਸ਼, ਉਹ ਬਿਰਧ ਅਵਸਥਾ 'ਚ ਨੇ, ਕੋਲ ਖੜੇ ਨੇ, ਉਹ ਕਹਿੰਦੇ ਕਰੋ ਵੀ ਸੇਵਾ, ਕਰੋ ਸੇਵਾ। ਤੇ ਉਹਨਾਂ ਦੇ ਨਾਲ ਹੋਰ ਭਾਈ ਭਗਤੂ ਜੀ, ਭਾਈ ਬਹਿਲੋ ਜੀ ਵਰਗੇ, ਭਾਈ ਸਾਲੋ ਜੀ ਵਰਗੇ, ਭਾਈ ਪਿਰਾਣਾ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਕਿਹੋ ਜਿਹੇ ਮਹਾਨ ਬ੍ਰਹਮ ਗਿਆਨੀ ਸਿੱਖ ਨੇ ਜਿਹੜੇ ਕਹਿ ਕੇ ਸੇਵਾ ਕਰਵਾ ਰਹੇ ਨੇ। ਹਾਂਜੀ, ਅਤ ਆਨੰਦਤਾ ਔਰ ਮੈਂ ਹੋਈ। ਸੇਵਾ ਕਰਨ ਵਾਲੇ ਬੱਚੇ, ਬੁੱਢੇ, ਬੀਬੀਆਂ, ਨੌਜਵਾਨ, ਸਭ ਦੇ ਮਨ 'ਚ ਖੁਸ਼ੀ, ਚਾਹ ਚੜਿਆ ਹੋਇਆ ਸੇਵਾ ਦਾ। ਇੰਨੀ ਖੁਸ਼ੀ ਹੈ ਵੀ ਧੰਨ ਗੁਰੂ ਰਾਮਦਾਸ ਸਾਡੇ ਤੋਂ ਸੇਵਾ ਲੈ ਰਹੇ ਨੇ। ਦੇਖੋ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਕਦੀ ਹਰਿਮੰਦਰ ਸਾਹਿਬ ਵੜੋ ਨਾ, ਸਾਹਮਣੇ ਪਲੇਟ ਲੱਗੀ ਹੈ, ਉਹ 'ਤੇ ਲਿਖਿਆ ਹੋਇਆ ਵੀ ਸਤਿਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਆਪਣੇ ਪਰਮ ਸੇਵਕ ਜਾਣ ਕਰ ਸ੍ਰੀ ਮਹਾਰਾਜਾ ਰਣਜੀਤ ਸਿੰਘ ਜੀ ਪਰ ਦਇਆ ਕਰਕੇ ਸੇਵਾ ਕਰਾਈ। ਸੋਨੇ ਦੀ ਸੇਵਾ ਜਦੋਂ ਹੋਈ ਹੈ ਨਾ, ਸ਼ੇਰੇ ਪੰਜਾਬ ਕਹਿੰਦਾ ਮੇਰੇ ਤੇ ਦਇਆ ਕੀਤੀ ਹੈ ਵੀ ਮੇਰੇ ਕੋਲੋਂ, ਗਰੀਬ ਕੋਲੋਂ ਸੇਵਾ ਲੈ ਲਈ ਸਤਿਗੁਰੂ ਰਾਮਦਾਸ। ਇੰਨੀ ਭਾਵਨਾ ਗੁਰਸਿੱਖਾਂ ਦੇ ਮਨਾਂ ਵਿੱਚ ਚਲੀ ਆ ਰਹੀ ਪੁਰਾਤਨ ਸਮੇਂ ਤੋਂ ਹੀ। ਹਾਂਜੀ,
ਕਾਰ ਤਲਾਬ ਲਗੇ ਸਭ ਕੋਈ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਤੇ ਹਰ ਕੋਈ ਲੱਗ ਗਿਆ। ਬੱਚੇ ਲੱਗ ਗਏ, ਬੁੱਢੇ ਲੱਗ ਗਏ, ਜਵਾਨ ਲੱਗ ਗਏ, ਬੀਬੀਆਂ ਮਾਈਆਂ ਲੱਗ ਗਈਆਂ। ਜਿੰਨਾ ਕਿਸੇ ਕੋਲੋਂ ਚੁੱਕਿਆ ਜਾਂਦਾ, ਕੋਈ ਟੋਕਰਾ ਭਰ ਭਰ ਕੇ ਸੁੱਟਣ ਵਾਲੇ ਗੱਭਰੂ ਜਵਾਨ ਵੀ ਹਨ, ਕੋਈ ਮੇਰੇ ਵਰਗੇ ਵੀ ਹਨ ਜਿਹੜੇ ਕਿਲੋ 2 ਕਿਲੋ ਹੀ ਮਿੱਟੀ ਚੁੱਕ ਸਕਦੇ ਆ। ਪਰ ਜਿੰਨੀ ਕੁ ਕਿਸੇ ਦੀ ਸਮਰੱਥਾ, ਕਸਰ ਕੋਈ ਨਹੀਂ ਛੱਡ ਰਿਹਾ। ਆਪਣਾ ਲੱਗਦਾ ਬਲ ਸਾਰੇ ਹੀ ਸੇਵਾ ਕਰ ਰਹੇ। ਹਾਂਜੀ, ਆਪ ਖੜੇ ਹੋਏ ਸਭਨ ਮਝਾਰੀ। ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਰੀ ਸੰਗਤ ਦੇ ਵਿੱਚ ਆਪ ਖੜੇ ਨੇ, ਕਹਿ ਕਹਿ ਕੇ ਸੰਗਤਾਂ ਤੋਂ ਸੇਵਾ ਕਰਵਾ ਰਹੇ ਨੇ। ਹਾਂਜੀ, ਕਾਰ ਕਰਾਵ ਹੈ ਗੁਰ ਉਪਕਾਰੀ। ਪਰ ਉਪਕਾਰ ਕਰ ਰਹੇ ਨੇ ਦੁਨੀਆ ਦਾ ਭਲਾ ਕਰਨ ਲਈ। ਸਭ ਦੁਨੀਆ ਦਾ ਭਲਾ ਹੋ ਜਾਣਾ, ਲੱਖਾਂ ਕਰੋੜਾਂ ਅਰਬਾਂ ਖਰਬਾਂ ਜੀਵਾਂ ਦਾ ਭਲਾ ਹੋ ਜਾਣਾ। ਐਸਾ ਸਰੋਵਰ ਪਰਉਪਕਾਰੀ ਗੁਰੂ ਅਰਜਨ ਦੇਵ ਜੀ ਬਣਵਾ ਰਹੇ ਨੇ। ਹਾਂਜੀ, ਦੇਖਤ ਕਾਰ ਚੌਗੁਣੀ ਹੋਏ। ਜਦੋਂ ਮਹਾਰਾਜ ਕੋਲ ਖੜ ਕੇ ਸੇਵਾ ਕਰਾਉਂਦੇ ਨੇ, ਸਿੱਖਾਂ ਦਾ ਬੜਾ ਉਤਸ਼ਾਹ ਬਣਦਾ, ਥੱਕਦੇ ਹੀ ਨਹੀਂ, ਦੌੜ ਦੌੜ ਕੇ ਸੇਵਾ ਕਰਦੇ, ਚੌਗੁਣੀ ਸੇਵਾ ਹੁੰਦੀ ਹੈ। ਹਾਂਜੀ, ਉਦਮ ਕਰਹਿ ਅਧਿਕ ਸਭ ਕੋ ਹੋਏ। ਬਲ ਲਾ ਕੇ ਸਿੱਖ ਸੇਵਾ ਕਰਦੇ ਨੇ, ਉਦਮ ਕਰਦੇ ਨੇ, ਆਲਸ ਨੇੜੇ ਨਹੀਂ ਆਉਂਦਾ ਸਿੱਖਾਂ ਦੇ, ਥੱਕਦੇ ਹੀ ਨਹੀਂ ਸੇਵਾ ਕਰਦੇ ਹੋਏ। ਹਾਂਜੀ, ਸਗਰੇ ਦਿਨ ਮਹਿ ਕਾਰ ਕਰਾਵਹਿ। ਸਾਰਾ ਦਿਨ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਜਾਰੀ ਰਹਿੰਦੀ ਹੈ। ਬੀਬੀਆਂ ਮਾਈਆਂ ਪ੍ਰਸ਼ਾਦੇ ਬਣਾ ਲਿਆਉਂਦੀਆਂ ਨੇ, ਸਿੰਘ ਲੰਗਰ ਦੀ ਸੇਵਾ ਵਰਤਾਣ ਦੀ ਕਰ ਦਿੰਦੇ ਨੇ, ਕੋਈ ਪੱਟਣ ਦੀ ਕਰਦਾ, ਕੋਈ ਛਕੀ ਜਾਂਦਾ, ਕੋਈ ਛਕਾਈ ਜਾਂਦਾ, ਕੋਈ ਵਰਤਾਈ ਜਾਂਦਾ, ਨਾਲ ਹੀ ਲੰਗਰ ਚੱਲੀ ਜਾਂਦਾ। ਛਬੀਲਾਂ ਲੱਗੀਆਂ, ਸੰਗਤਾਂ ਜਲ ਛਕੀ ਜਾਂਦੀਆਂ ਨੇ ਤੇ ਨਾਲ ਹੀ ਖੁਦਾਈ ਕਰੀ ਜਾਂਦੇ ਆ। ਹਾਂਜੀ, ਸੰਧਿਆ ਗ੍ਰਾਮ ਵਿਖੇ ਚਲ ਜਾਵਹਿ। ਆ ਸਾਧ ਸੰਗਤ ਜੀ ਸ਼ਾਮ ਦੇ ਵੇਲੇ ਸੰਧਿਆ ਨੂੰ ਸਾਰੇ ਆਪਣੇ ਆਪਣੇ ਘਰਾਂ ਵਿੱਚ, ਆਪਣੇ ਆਪਣੇ ਸਥਾਨਾਂ ਤੇ, ਡੇਰਿਆਂ ਤੇ ਜਾ ਕੇ ਆਰਾਮ ਕਰਦੇ ਨੇ। ਦੇਗ ਹੋਏ ਗੁਰ ਕੇ ਦਰਬਾਰ। ਗੁਰੂ ਕਾ ਲੰਗਰ ਪੱਕਦਾ ਰਹਿੰਦਾ, ਬੜਾ ਵੱਡਾ ਲੰਗਰ ਪੱਕਦਾ ਹਜ਼ਾਰਾਂ ਲੋਕਾਂ ਵਾਸਤੇ। ਗੁਰੂ ਕੇ ਲੰਗਰ 'ਚ ਦਾਲ ਭਾਜੀ ਸੰਗਤਾਂ ਬਣਾਉਂਦੀਆਂ, ਆਪ ਹੀ ਵਰਤਾਉਂਦੀਆਂ, ਆਪ ਹੀ ਛਕਾਉਂਦੀਆਂ, ਸਿੱਖ ਸੇਵਾ ਕਰਦੇ। ਹਾਂਜੀ, ਛੋਦਿਤ ਸਰਬ ਤਹਿ ਖਾਏ ਆਹਾਰਾ। ਜਿਨ੍ਹਾਂ ਨੂੰ ਲੋੜ ਹੁੰਦੀ ਗੁਰੂ ਕੇ ਲੰਗਰ ਜਿੰਨਾ ਪ੍ਰਸ਼ਾਦਾ ਛਕਣਾ ਛਕੀ ਜਾਂਦੇ ਨੇ ਤੇ ਸੇਵਾ ਕਰੀ ਜਾਂਦੇ ਨੇ। ਹਾਂਜੀ, ਇੱਕ ਦਿਨ ਗੁਰ ਸੰਤੋਖ ਸਰ ਗਏ। ਹੁਣ ਮਹਾਰਾਜ ਵਾਪਸ ਇੱਕ ਦਿਨ ਫਿਰ ਸੰਤੋਖ ਸਰ ਗਏ। ਸੰਤੋਖ ਸਰ ਉਹ ਸਰੋਵਰ ਹੈ ਜਿਹੜਾ ਅੰਮ੍ਰਿਤਸਰ ਤੋਂ ਵੀ ਪਹਿਲਾਂ ਬਣਿਆ, ਪਰ ਮਹਾਤਮ ਸ੍ਰੀ ਅੰਮ੍ਰਿਤਸਰ ਦਾ ਜ਼ਿਆਦਾ ਹੋਇਆ ਕਿਉਂਕਿ ਇੱਥੇ ਮਹਾਰਾਜ ਸਾਹਿਬ ਜੀ ਨੇ ਕੌਤਕ ਬੜਾ ਵੱਡਾ ਵਰਤਾਇਆ। ਬੀਬੀ ਰਜਨੀ ਦਾ ਪਤੀ ਠੀਕ ਹੋਇਆ, ਫਿਰ ਇਹਦੇ ਵਿੱਚ ਹੀ ਸਰੋਵਰ ਦੇ ਵਿਚਕਾਰ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕੀਤੀ ਹੈ। ਪਰ ਪਹਿਲਾਂ ਜਿਹੜਾ ਸਰੋਵਰ ਖੋਦਿਆ ਗਿਆ ਉਹ ਸੰਤੋਖ ਸਰ ਹੈ, ਪੂਰਾ ਨਹੀਂ ਹੋਇਆ। ਉਹ ਵੀ ਅੰਮ੍ਰਿਤਸਰ ਦੀ ਸ਼ੁਰੂ ਹੋ ਗਈ ਸੇਵਾ, ਉਹ ਵਿੱਚੇ ਰਹਿ ਗਈ। ਪਰ ਗੁਰੂ ਸਾਹਿਬ ਜੀ ਉਹਦੇ ਦਰਸ਼ਨ ਕਰਕੇ ਬਚਨ ਕੀ ਕੀਤੇ। ਹਾਂਜੀ, ਸਿੱਖ ਗਨ ਸੰਗ ਭਿਖਤ ਬਿਗਸੈ। ਸੰਗਤਾਂ ਨਾਲ ਨੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਸਿੱਖ ਨਾਲ ਨੇ। ਗੁਰੂ ਸਾਹਿਬ ਸਰੋਵਰ ਸੰਤੋਖ ਸਰ ਦੇ ਕੋਲ ਟਾਹਲੀ ਦੇ ਥੱਲੇ ਜਾ ਕੇ ਫਿਰ ਖੜੇ ਹੋ ਗਏ। ਤਟ ਪਰ ਖਰੇ ਹੋਏ ਕਹਿ ਬਾਣੀ। ਸਰੋਵਰ ਸੰਤੋਖ ਸਰ ਦੇ ਕੰਢੇ ਖੜ ਕੇ ਸੱਚੇ ਪਾਤਸ਼ਾਹ ਬੋਲੇ, ਇਸ ਕੀ ਮਹਿਮਾ ਹੋਏ ਮਹਾਨੀ। ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ, ਇਹ ਸੰਤੋਖ ਸਰ ਸਰੋਵਰ ਦੀ ਬੜੀ ਮਹਿਮਾ ਹੋਵੇਗੀ, ਇਹਦਾ ਵੀ ਬੜਾ ਇਤਿਹਾਸ ਹੋਵੇਗਾ। ਸੰਗਤਾਂ ਸ਼ਰਧਾ ਨਾਲ ਇਸ਼ਨਾਨ ਕਰਿਆ ਕਰਨਗੀਆਂ। ਸਾਧ ਸੰਗਤ ਜੀ, ਹੁਣ ਤਾਂ ਸ਼ਰਧਾ ਹੀ ਦਿਨੋਂ ਦਿਨ ਘਟਦੀ ਜਾ ਰਹੀ ਹੈ। ਵੱਧ ਤੋਂ ਵੱਧ ਇੰਨੀ ਆ ਵੀ ਅੰਮ੍ਰਿਤਸਰ ਜਾਓ, ਹਰਿਮੰਦਰ ਸਾਹਿਬ ਇਸ਼ਨਾਨ ਕਰੋ, ਮੱਥਾ ਟੇਕੋ। ਪਰ ਪੁਰਾਤਨ ਮਰਜ਼ਾਦਾ ਗੁਰਸਿੱਖਾਂ ਦੀ ਇਹ ਸੀ, 5 ਹੀ ਸਰੋਵਰਾਂ ਤੇ ਇਸ਼ਨਾਨ ਕਰਦੇ ਸੀ। ਦੀਪਮਾਲਾ ਦੇ, ਦੀਵਾਲੀ ਦੇ ਮੇਲੇ ਤੇ ਅਸੀਂ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਤੇ ਸਾਰੇ ਸਰੋਵਰਾਂ ਤੇ ਸਵੇਰੇ ਇਸ਼ਨਾਨ ਕਰਨਾ ਜਾ ਕੇ। ਪਹਿਲਾਂ ਸੰਤੋਖ ਸਰ ਚਲੇ ਜਾਣਾ, ਫਿਰ ਕੌਲਸਰ, ਅੰਮ੍ਰਿਤਸਰ, ਪਰਾਂ ਵਿਵੇਕਸਰ ਤੇ ਰਾਮਸਰ ਇਕੱਠੇ ਹੀ ਨੇ ਨਾਲ ਸਾਰੇ ਸਰੋਵਰਾਂ ਤੇ ਸੰਗਤਾਂ ਇਸ਼ਨਾਨ ਕਰਦੀਆਂ। ਫਿਰ ਮਹਾਰਾਜ ਦੀ ਖੁਸ਼ੀ ਮੰਨੀ ਜਿਵੇਂ ਗੁਰੂ ਸਾਹਿਬ ਖੁਸ਼ ਹੋਣਗੇ, ਗੁਰੂ ਸਾਹਿਬ ਦੀ ਕਿਰਪਾ ਹੋਵੇਗੀ, ਉਹਨਾਂ ਦਾ ਬਚਨ ਮੰਨ ਰਹੇ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬਈ ਇਹ ਸਾਡਾ ਸਰੋਵਰ ਸੰਤੋਖ ਸਰ ਬੜਾ ਇਹਦਾ ਪ੍ਰਤਾਪ ਹੋਵੇਗਾ। ਹਾਂਜੀ, ਹੋਏ ਸੰਤੋਖ ਸਰ ਸਾਰਥ ਨਾਮੋ। ਇਹਦਾ ਨਾਮ ਅਸੀਂ ਸੰਤੋਖ ਸਰ ਰੱਖਿਆ। ਇੱਥੇ ਸੰਤੋਖੀ ਸਿੱਖ ਰਿਹਾ ਕਰਨਗੇ, ਇਥੋਂ ਸੰਤੋਖ ਦੀ ਪ੍ਰਾਪਤੀ ਹੋਵੇਗੀ। ਸਾਧ ਸੰਗਤ ਜੀ, ਇਹਨਾਂ 5 ਸਰੋਵਰਾਂ ਦੇ ਨਾਮ ਵਿੱਚ ਇੱਕ ਬੜੀ ਡੂੰਘੀ ਫਿਲਾਸਫੀ ਹੈ, ਬੜੀ ਵਿਚਾਰ ਹੈ ਇਹਦੇ ਵਿੱਚ। ਐਵੇਂ ਨਹੀਂ ਨਾਂ ਰੱਖ ਦਿੱਤੇ। ਸੰਤੋਖ ਉਹ ਚੀਜ਼ ਹੈ ਜਿਹਨੂੰ ਪਾ ਕੇ ਹਰ ਕੋਈ ਰੱਜ ਜਾਂਦਾ।
ਤੇ ਬਿਨਾਂ ਸੰਤੋਖ ਨਹੀਂ ਕੋਈ ਰਾਜਾ। ਸੰਤੋਖ ਤੋਂ ਬਿਨਾਂ ਕੋਈ ਰੱਜਦਾ ਨਹੀਂ। ਸਾਰੀ ਧਰਤੀ ਦਾ ਰਾਜਾ ਬਣ ਜੇ, ਭੁੱਖਿਆਂ ਭੁੱਖ ਨਾ ਉਤਰੀ ਜੇ, ਬੰਨਾ ਪੁਰੀਆਂ ਭਾਰ। ਸਾਰੀਆਂ ਪੁਰੀਆਂ ਦੇ ਭਾਰ ਬੰਨ ਕੇ ਵੀ ਸਿਰ ਤੇ ਰੱਖ ਲੈ, ਰੱਜਦਾ ਨਹੀਂ ਬੰਦਾ। ਜਦੋਂ ਸੰਤੋਖ ਆ ਜਾਏ ਉਦੋਂ ਰੱਜ ਜਾਂਦਾ। ਸੰਤੋਖ ਵਰਗੀ ਕੋਈ ਚੀਜ਼ ਨਹੀਂ, ਜਿਹਨੂੰ ਮਿਲ ਜਾਵੇ ਉਹ ਸਾਰੀ ਧਰਤੀ ਦਾ ਰਾਜਾ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਸੰਤੋਖੀ ਸਿੱਖ ਇੱਥੇ ਰਿਹਾ ਕਰਨਗੇ, ਇਸ਼ਨਾਨ ਕਰਕੇ ਸੰਤੋਖ ਦੀ ਪ੍ਰਾਪਤੀ ਹੋਵੇਗੀ। ਹਾਂਜੀ, ਸਮਾਂ ਪਾਏ ਬਨ ਹੈ ਅਬਰਾਮੋ। ਸਮਾਂ ਪਾ ਕੇ ਸੋਹਣਾ ਬਣ ਜਾਏਗਾ, ਸੁੰਦਰ ਬਣ ਜਾਏਗਾ। ਪਹਿਲਾਂ ਤਾਂ ਇਹ ਕੱਚਾ ਹੀ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਮਿਸਲਾਂ ਦਾ ਸਮਾਂ ਸੀਗਾ ਨਾ, ਉਦੋਂ ਦੋ ਮਹਾਤਮਾ ਮਹਾਂਪੁਰਸ਼ ਹੋਏ ਨੇ। ਉਦਾਸੀ ਮਹਾਤਮਾ ਬਾਬਾ ਸੰਤੋਖ ਦਾਸ ਜੀ, ਬਾਬਾ ਪ੍ਰੀਤਮ ਦਾਸ ਜੀ, ਜਿਨ੍ਹਾਂ ਦੇ ਬਚਨ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਦਾ ਜਨਮ ਹੋਇਆ ਮੰਨਿਆ ਜਾਂਦਾ। ਦੋਹਾਂ ਮਹਾਂਪੁਰਸ਼ਾਂ ਦਾ ਸਥਾਨ ਬ੍ਰਹਮ ਬੂਟਾ ਖਾੜਾ ਲਾਗੇ ਹੀ ਸ੍ਰੀ ਦਰਬਾਰ ਸਾਹਿਬ ਜੀ ਦੇ ਲੰਗਰ ਦੇ ਪਿਛਲੇ ਪਾਸੇ ਹੈ। ਇਹਨਾਂ ਮਹਾਂਪੁਰਸ਼ਾਂ ਨੇ 700 ਸਾਧੂਆਂ ਨੂੰ ਲੈ ਕੇ ਰਾਵੀ ਤੋਂ ਹੰਸਲੀ ਨਹਿਰ ਬਣਾਈ ਸੀ। ਸਰੋਵਰ 'ਚ ਜਲ ਲਿਆਂਦਾ ਸੀ। 100 ਮੀਲ ਨਹਿਰ ਪੁੱਟੀ ਸੀ, ਤੇ ਕੱਲੀ ਪੁੱਟੀ ਨਹੀਂ ਸੀ, ਨਹਿਰ ਨੂੰ ਇਸ ਤਰ੍ਹਾਂ ਬਣਾਇਆ ਸੀ ਵੀ ਉੱਪਰੋਂ ਪੂਰੀ ਢੱਕ ਦਿੱਤੀ ਸੀ। ਇੱਟਾਂ ਦੀ ਬਣਾਈ ਅਜੇ ਵੀ ਹੈ ਹੰਸਲੀ। ਉਹ ਹੰਸਲੀ ਢੱਕ ਕੇ ਬਣਾਈ ਸੀ। ਉਸ ਤੋਂ ਇਲਾਵਾ ਜਿਹੜਾ ਸੰਤੋਖਸਰ, ਕੌਲਸਰ, ਵਿਵੇਕਸਰ ਸਰੋਵਰ ਨੇ ਪੱਕੇ ਕਰਾਏ ਸੀ, ਇੱਟਾਂ ਲਵਾਈਆਂ ਸੀਗੀਆਂ। ਸਿੱਖ ਰਾਜਿਆਂ ਨੂੰ ਕਹਿ ਕਹਿ ਕੇ ਸੇਵਾ ਕਰਾਈ ਸੀ। ਮਾਇਆ ਉਹਨਾਂ ਨੇ ਦਿੱਤੀ, ਸੇਵਾ ਉਦਾਸੀ ਸਾਧੂਆਂ ਨੇ ਕੀਤੀ। ਸੋ ਸਾਧ ਸੰਗਤ ਜੀ, ਸੰਤੋਖਸਰ ਸਰੋਵਰ ਮਹਾਰਾਜ ਕਹਿੰਦੇ ਸਮਾਂ ਆਏਗਾ ਪੱਕਾ ਬਣ ਜਾਏਗਾ। ਬਾਅਦ ਵਿੱਚ ਅੰਗਰੇਜ਼ਾਂ ਦਾ ਰਾਜ ਆ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਅੰਗਰੇਜ਼ਾਂ ਨੇ ਬੜੀਆਂ ਮਨ ਆਈਆਂ ਕੀਤੀਆਂ। ਸ੍ਰੀ ਦਰਬਾਰ ਸਾਹਿਬ ਦੇ ਲਾਗੇ ਇੱਕ ਬੁੱਚੜਖਾਨਾ ਖੋਲ੍ਹ ਦਿੱਤਾ। ਗਊਆਂ ਮਾਰਨੀਆਂ, ਉਹਨਾਂ ਦੇ ਹੱਡ ਜਾਨਵਰਾਂ ਨੇ, ਕਾਵਾਂ ਨੇ ਚੁੱਕ ਕੇ ਸਰੋਵਰ 'ਚ ਸੁੱਟ ਦੇਣੇ, ਜਿਹਦੇ ਕਰਕੇ ਕੂਕਿਆਂ ਨੇ ਉਹ ਬੁੱਚੜ ਮਾਰ ਦਿੱਤੇ ਸੀਗੇ। ਤੇ 4 ਨਾਮਧਾਰੀ ਸਿੰਘ ਅੰਮ੍ਰਿਤਸਰ ਵਿੱਚ ਫਾਂਸੀ ਦਿੱਤੇ ਗਏ ਸਨ। ਇਹ ਵੀ ਆਪ ਜੀ ਨੇ ਇਤਿਹਾਸ ਸੁਣਿਆ ਹੋਣਾ। ਉਸ ਤੋਂ ਬਾਅਦ ਜਿਹੜਾ ਸੰਤੋਖਸਰ ਸਰੋਵਰ ਹੈ, ਇਹਦੇ 'ਚ ਸ਼ਹਿਰ ਦਾ ਗੰਦਾ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਮਿਊਨਿਸਪਲ ਕਮੇਟੀ ਨੇ ਜਾਣ ਬੁੱਝ ਕੇ, ਅੰਗਰੇਜ਼ਾਂ ਦਾ ਰਾਜ ਤੇ ਲਾਲੇ ਮਹਾਜਨ ਉੱਥੇ ਜਿਹੜੇ ਅਜੇ ਵੀ ਅੰਮ੍ਰਿਤਸਰ 'ਚ ਸਿੱਖਾਂ ਦੀ ਸ਼ਹਿਰ 'ਚ ਘੱਟ ਗਿਣਤੀ ਹੈ ਤੇ ਮਹਾਸ਼ਿਆਂ ਦੀ ਜ਼ਿਆਦਾ ਹੈ। ਉਹ ਅਜੇ ਤੱਕ ਕੋਈ ਨਾ ਕੋਈ ਛੇੜਖਾਨੀ ਕਰਦੇ ਰਹਿੰਦੇ ਹੈ। ਉਹਨਾਂ ਨੇ ਵੀ ਅੰਗਰੇਜ਼ਾਂ ਦਾ ਹੀ ਸਾਥ ਦਿੱਤਾ ਤੇ ਸਰੋਵਰ ਦੀ ਇੰਨੀ ਬੇਅਦਬੀ ਕਰਤੀ, ਇੰਨੀ ਬੇਅਦਬੀ ਕਰਤੀ ਵੀ ਇੰਨਾ ਗੰਦਾ ਪਾਣੀ ਸਰੋਵਰ 'ਚ, ਮਿੱਟੀ ਘੱਟਾ, ਕੁਆੜ ਕਬਾੜ ਸਭ ਸਰੋਵਰ ਸੰਤੋਖਸਰ ਭਰ ਦਿੱਤਾ। ਅਖੀਰ ਅੰਗਰੇਜ਼ ਮਿਊਨਿਸਪਲ ਕਮਿਸ਼ਨਰ ਨੇ ਇੱਕ ਇਸ਼ਤਿਹਾਰ ਕੱਢਿਆ ਮਿਊਨਿਸਪਲ ਕਮੇਟੀ ਦੇ ਵੱਲੋਂ ਕਿ ਫਲਾਣੀ ਤਰੀਕ ਤੱਕ ਜੇ ਇਸ ਸਰੋਵਰ ਦੀ ਕੋਈ ਸਫਾਈ ਕਰ ਲਓ ਤਾਂ ਠੀਕ ਹੈ, ਨਹੀਂ ਤਾਂ ਇਹਨੂੰ ਪੂਰ ਦਿੱਤਾ ਜਾਵੇਗਾ। ਇਹਦੇ ਕਰਕੇ ਸ਼ਹਿਰ 'ਚ ਬਿਮਾਰੀ ਫੈਲਦੀ ਹੈ। ਹੁਣ ਸੰਗਤਾਂ ਜਿਹੜੇ ਗੁਰਸਿੱਖ ਇਤਿਹਾਸ ਨੂੰ ਜਾਣਦੇ ਸੀ, ਉਹਨਾਂ ਦਾ ਮਨ ਬੜਾ ਦੁਖੀ ਹੋਇਆ ਵੀ ਇਹ ਤਾਂ ਪਹਿਲਾ ਸਰੋਵਰ ਹੈ ਸਾਡਾ, ਇਹ ਤਾਂ ਕੇਂਦਰੀ ਸਰੋਵਰ ਹੈ ਮਹਾਰਾਜ ਦਾ, ਤੇ ਇਹ ਹੀ ਖਤਮ ਹੋ ਗਿਆ ਤੇ ਇਤਿਹਾਸ ਹੀ ਖਤਮ ਹੋ ਜਾਏਗਾ ਸਾਡਾ। ਉਹਨਾਂ ਨੇ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਂਪੁਰਸ਼, ਜਿਨ੍ਹਾਂ ਦੀ 130 ਸਾਲ ਦੇ ਲਗਭਗ ਉਮਰ ਹੋਈ ਹੈ ਤੇ ਸ੍ਰੀ ਹਰਿਮੰਦਰ ਸਾਹਿਬ 'ਚ 75 ਸਾਲ ਲਗਾਤਾਰ ਬਿਨਾਂ ਨਾਗੇ ਕੀਰਤਨ ਕੀਤਾ। ਸੇਵਾਪੰਥੀ ਮਹਾਤਮਾ ਹੋਏ ਨੇ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ। ਅਜੇ ਵੀ ਉਹਨਾਂ ਦਾ ਸਰੰਦਾ ਅਜਾਇਬ ਘਰ 'ਚ ਪਿਆ, ਜਿਹਦੇ ਨਾਲ ਕੀਰਤਨ ਕਰਿਆ ਕਰਦੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਚੱਲੇ ਆਏ ਨੇ। ਉਹਨਾਂ ਮਹਾਂਪੁਰਸ਼ਾਂ ਕੋਲ ਆਟਾ ਮੰਡੀ ਜਾ ਕੇ ਬੇਨਤੀ ਕੀਤੀ, ਬਾਬਾ ਜੀ ਵੀ ਸੰਤੋਖਸਰ ਸਾਹਿਬ ਦੀ ਤਾਂ ਬਹੁਤ ਮਾੜੀ ਹਾਲਤ ਹੈ ਤੇ ਸਰਕਾਰ ਵੱਲੋਂ ਐਲਾਨ ਹੋ ਗਿਆ ਵੀ ਸੰਤੋਖਸਰ ਸਰੋਵਰ ਪੂਰ ਦੇਣਾ, ਇਹ ਨਿਲਾਮ ਕਰ ਦੇਣੀ, ਜਗ੍ਹਾ ਵੇਚ ਦੇਣੀ ਹੈ। ਇਹ ਮਿਊਨਿਸਪਲ ਕਮੇਟੀ ਵੱਲੋਂ ਇੱਦਾਂ ਦਾ ਹੁਕਮ ਆ ਗਿਆ ਤੇ ਹੁਣ ਆਪਾਂ ਕੀ ਕਰੀਏ? ਉਹ ਕਹਿਣ ਲੱਗੇ, ਭਾਈ ਘਬਰਾਓ ਨਾ, ਜਿਹਦਾ ਸਰੋਵਰ ਹੈ ਨਾ ਉਹ ਆਪ ਸਹਾਈ ਹੋਵੇਗਾ। ਮਹਾਂਪੁਰਸ਼ਾਂ ਦੀਆਂ ਗੱਲਾਂ ਰੱਬ ਦੇ ਭਰੋਸੇ ਤੇ ਹੁੰਦੀਆਂ ਨੇ। ਜਿਹੜੇ ਰੱਬ ਦੇ ਭਰੋਸੇ ਤੇ ਹੁੰਦੇ ਉਹਨਾਂ ਦੇ ਗੁਰੂ ਕਾਰਜ ਸਵਾਰ ਦਿੰਦਾ ਹੈ। ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ ਕਿਰਪਾ ਕਰਨਗੇ, ਜਾਓ। ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ 2 ਸਾਧੂ ਬੈਠੇ ਨੇ, ਇੱਕ ਦਾ ਨਾਮ ਗੁਰਮੁਖ ਸਿੰਘ ਹੈ, ਇੱਕ ਦਾ ਨਾਮ ਬਾਬਾ ਸਾਧੂ ਸਿੰਘ ਹੈ। ਪਟਿਆਲਿਓਂ ਆਏ ਨੇ। ਆਹ ਉਹਨਾਂ ਦੀ ਸ਼ਕਲ ਹੈ, ਇਹ ਉਹਨਾਂ ਦਾ ਰੂਪ ਹੈ। ਉਹਨਾਂ ਨੂੰ ਬੇਨਤੀ ਕਰੋ ਵੀ ਸੰਤੋਖਸਰ ਦੀ ਤੇ ਸੇਵਾ ਤੇ ਲੱਗ ਜਾਣ। ਬਾਬਾ
ਸਾਧੂ ਸਿੰਘ ਜੀ ਤੇ ਬਾਬਾ ਗੁਰਮੁਖ ਸਿੰਘ ਜਿੱਥੋਂ ਕਾਰ ਸੇਵਾ ਸ਼ੁਰੂ ਹੋਈ ਹੈ, ਇਹ ਬਾਬਾ ਬੀਰਮਦਾਸ ਜੀ ਬਧੋਸ਼ੀਆਂ ਵਾਲੇ ਮਹਾਂਪੁਰਸ਼ਾਂ ਦੇ ਸੇਵਕ ਸਨ। ਪਟਿਆਲੇ ਦੇ ਲਾਗੇ ਬਧੋਸ਼ੀ ਪਿੰਡ ਹੈ, ਸਰਹੰਦ ਰੋਡ ਦੇ ਲਾਗੇ। ਉੱਥੋਂ ਦੇ ਇੱਕ ਉਦਾਸੀ ਮਹਾਤਮਾ ਹੋਏ ਨੇ ਬਾਬਾ ਬੀਰਮਦਾਸ ਜੀ, ਨਗਨ ਰਹਿੰਦੇ ਸਨ, ਵਾਣ ਵੱਟ ਕੇ ਵੇਚ ਕੇ ਤੇ ਪ੍ਰਸ਼ਾਦਾ ਛਕਦੇ ਸਨ, ਬਹੁਤ ਕਰਨੀ ਵਾਲੇ। ਉਹਨਾਂ ਦੀ 12 ਸਾਲ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੇਵਾ ਕੀਤੀ ਸੀ। ਬਹੁਤ ਕਰੜੀਆਂ ਪ੍ਰੀਖਿਆ ਲਈਆਂ ਸੀ, ਇੰਨੇ ਇਮਤਿਹਾਨ ਲਏ ਸੀ, ਗੁਰਮੁਖ ਸਿੰਘ ਨੂੰ ਮਾਰ ਕੇ ਜਵਾਇਆ ਸੀ ਸਮਝੋ। ਤੇ ਫਿਰ ਗੁਰਮੁਖ ਸਿੰਘ ਨੂੰ ਹੁਕਮ ਲਾਇਆ ਵੀ ਤੇਰੇ ਤੇ ਖੁਸ਼ ਬੜੇ ਹੋਏ ਆ, ਤੇ ਮੰਗ ਕੀ ਮੰਗਦਾ? ਤੇ ਗੁਰਮੁਖ ਸਿੰਘ ਨੇ ਆਖਿਆ ਸੀ ਮਹਾਰਾਜ ਵੀ ਗੁਰੂ ਘਰਾਂ ਦੀ ਸੇਵਾ ਦੇ ਦਿਓ। ਤੇ ਬਾਬਾ ਬੀਰਮਦਾਸ ਕੋਲ ਕਿਸੇ ਸਿੱਖ ਨੇ ਪੰਜੀ ਮੱਥਾ ਟੇਕਿਆ, ਉਹ ਪੰਜੀ ਚੁੱਕ ਕੇ ਉਹਨੂੰ ਦੇਤੀ, ਕਹਿਣ ਲੱਗੇ ਲਾ ਕਾਰ ਸੇਵਾ ਸ਼ੁਰੂ ਕਰ ਦੇ। ਉਹ ਪੰਜੀ ਲੈ ਕੇ ਹੀ ਅੰਮ੍ਰਿਤਸਰ ਪਹੁੰਚ ਗਏ ਸੀ, 5 ਪੈਸੇ। ਬਾਬਾ ਸਾਧੂ ਸਿੰਘ ਜੀ ਉਹਦੇ ਨਾਲ ਸਨ। ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਂਪੁਰਸ਼ਾਂ ਦਾ ਹੁਕਮ ਪਹੁੰਚਿਆ, ਸੰਗਤਾਂ ਗਈਆਂ ਅੰਮ੍ਰਿਤਸਰ ਦੀਆਂ ਕਿ ਬਾਬਾ ਜੀ ਤੁਹਾਨੂੰ ਮਹਾਂਪੁਰਸ਼ ਇਹ ਕਹਿ ਰਹੇ ਵੀ ਸੇਵਾ ਸ੍ਰੀ ਸੰਤੋਖ ਸਰ ਦੀ ਤੁਸੀਂ ਕਰਾਣੀ। ਉਹ ਕਹਿੰਦੇ ਵੀ ਅਸੀਂ ਤੇ ਆਹ ਇੱਕ ਚੋਲਾ ਤੇ ਕਸ਼ਹਿਰਾ ਤੇ ਸਿਰ ਤੇ ਖੱਦਰ ਦਾ ਪਰਨਾ, ਵੀ ਸਾਡੇ ਕੋਲ ਤਾਂ ਗੁਰੂ ਦੀ ਕਿਰਪਾ ਨਾਲ ਜੋ ਹੋਣਾ ਅਸੀਂ ਕੁਛ ਨਹੀਂ ਕਰ ਸਕਦੇ, ਪਰ ਚਲੋ ਜੇ ਮਹਾਂਪੁਰਸ਼ਾਂ ਨੇ ਕਿਹਾ। ਅਰਦਾਸ ਕਰਕੇ ਬਾਬਾ ਗੁਰਮੁਖ ਸਿੰਘ ਬਾਬਾ ਸਾਧੂ ਸਿੰਘ ਜੀ ਉੱਥੇ ਆ ਗਏ ਜਿੱਥੇ ਸੰਤੋਖਸਰ ਟਾਹਲੀ ਸਾਹਿਬ ਥੱਲੇ ਧੰਨ ਗੁਰੂ ਅਰਜਨ ਦੇਵ ਜੀ ਸੇਵਾ ਕਰਾਇਆ ਕਰਦੇ ਸਨ। ਸੰਗਤਾਂ ਨੂੰ ਐਸੀ ਪ੍ਰੇਰਣਾ ਦਿੱਤੀ ਕਿ ਸ਼ਹਿਰ ਦੀਆਂ ਸੰਗਤਾਂ ਨੇ, ਨਗਰਾਂ ਦੀਆਂ, ਪਿੰਡਾਂ ਦੀਆਂ, ਇਲਾਕੇ ਦੀਆਂ ਸੰਗਤਾਂ ਨੇ ਗੱਡੇ ਲੈ ਆਂਦੇ। ਗੱਡਿਆਂ ਦੇ ਉੱਤੇ ਸਰੋਵਰ ਦੀ ਘਾਰ ਕੱਢ ਕੇ, ਮਲਬਾ ਕੱਢ ਕੇ, ਸ਼ਹਿਰ ਦਾ ਗੰਦਾ ਪਾਣੀ ਵੀ ਕੱਢ ਦਿੱਤਾ ਸਰੋਵਰ 'ਚੋਂ, ਮਲਬਾ ਵੀ ਕੱਢ ਦਿੱਤਾ, ਸਫਾਈ ਕਰ ਦਿੱਤੀ। ਤੇ 1923 ਦੇ ਲਗਭਗ ਇਹ ਸਰੋਵਰ ਦੀ ਸੇਵਾ ਸੰਪੂਰਨ ਕਰਕੇ ਫਿਰ ਹਰਿਮੰਦਰ ਅੰਮ੍ਰਿਤਸਰ ਦੀ ਸੇਵਾ ਸ਼ੁਰੂ ਹੋਈ ਸੀ, ਜਿਹੜੀ ਪ੍ਰਸਿੱਧ ਆਪਾਂ ਸੁਣਦੇ ਹਾਂ 1923 ਵਾਲੀ ਸੇਵਾ, ਜਿਹਦੇ ਵਿੱਚ ਚਾਂਦੀ ਦੀਆਂ ਕਹੀਆਂ ਤੇ ਸੋਨੇ ਦੇ ਬਾਟੇ ਭੇਟਾ ਹੋਏ ਸਨ। ਆਖੋ ਸ੍ਰੀ ਵਾਹਿਗੁਰੂ। ਸੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਬਚਨ ਕਰ ਰਹੇ ਨੇ ਵੀ ਸਮਾਂ ਆਵੇਗਾ ਇਹ ਸੰਤੋਖਸਰ ਵੀ ਪੱਕਾ ਬਣ ਜਾਏਗਾ। ਹਾਂਜੀ, ਹੋਏ ਚਹੁ ਦਿਸ਼ ਪਾਕੋ ਚਹੁਕਾਨ, ਚਾਰੇ ਪਾਸੇ ਪੱਕੇ ਪੌੜ ਬਣ ਜਾਣਗੇ ਤੇ ਸੰਗਤਾਂ ਇੱਥੇ ਵੀ ਬੜੇ ਆਨੰਦ ਨਾਲ ਇਸ਼ਨਾਨ ਕਰਿਆ ਕਰਨਗੀਆਂ। ਹਾਂਜੀ, ਇਸ ਮਹਿ ਮਜਹੰਗੇ ਨਰ ਜਾਨ, ਜਿਹੜੇ ਇਸ ਸਰੋਵਰ ਵਿੱਚ ਇਸ਼ਨਾਨ ਕਰਨਗੇ ਸਤਨਾਮੁ ਸਿਮਰਹਿ ਗੁਰਬਾਣੀ, ਉਹ ਨਾਮ ਜਪਣਗੇ, ਸਤਨਾਮ ਸ੍ਰੀ ਵਾਹਿਗੁਰੂ ਦਾ ਗੁਰਬਾਣੀ ਪੜ੍ਹਨਗੇ। ਇੱਥੇ ਚੇਤਕ ਸਮੋ ਸੋਵਹਿ ਜੇ ਪ੍ਰਾਨੀ, ਜਿਹੜੇ ਇੱਥੇ ਰਹਿਣਗੇ ਥੋੜੇ ਸਮੇਂ ਵਿੱਚ ਹੀ ਸੰਤੋਖ ਦੀ ਪ੍ਰਾਪਤੀ ਹੋ ਜਾਏਗੀ। ਸੰਤੋਖ ਆਵੇਗਾ ਉਹਨਾਂ ਨੂੰ ਜਿਹੜਾ ਸੰਤੋਖਸਰ ਸਰੋਵਰ 'ਚ ਇਸ਼ਨਾਨ ਕਰਨਗੇ। ਹਾਂਜੀ, ਔਰ ਉਪਜਹਿ ਸੰਤੋਖ, ਉਹਨਾਂ ਦੇ ਮਨ 'ਚ ਸੰਤੋਖ ਪੈਦਾ ਹੋਵੇਗਾ। ਦੇਖੋ ਸਾਧ ਸੰਗਤ ਜੀ, ਇਹ ਗੱਲਾਂ ਲੱਗਦੀਆਂ ਤੇ ਨਾਰਮਲ ਜੀਆਂ ਨੇ, ਸਾਨੂੰ ਕਥਾ ਇੱਕ ਕੰਨਾਂ ਨੇ ਸੁਣ ਲਈ, ਦੂਜੇ ਦੇ ਕੱਢ ਦਿੱਤੀ, ਪਰ ਗੱਲ ਇਹ ਹੈ ਵੀ ਸੰਤੋਖ ਜੇ ਮਿਲ ਜੇ ਨਾ ਤੇ ਉਹਦੇ ਵਰਗੀ ਚੀਜ਼ ਕੋਈ ਨਹੀਂ, ਉਹਦੇ ਵਰਗਾ ਆਨੰਦ ਕੋਈ ਨਹੀਂ। ਸੰਸਾਰ ਦੇ ਸਾਰੇ ਆਨੰਦ ਵੇਖ ਲਏ ਪਰ ਸੰਤੋਖ ਵਰਗਾ ਆਨੰਦ ਨਹੀਂ ਕੋਈ। ਬਿਨਾਂ ਸੰਤੋਖ ਨਹੀਂ ਕੋਈ ਰਾਜਾ। ਅਜੇ ਸਾਨੂੰ ਅਹਿਸਾਸ ਹੀ ਨਹੀਂ ਸੰਤੋਖ ਦੇ ਆਨੰਦ ਦਾ। ਸੰਤੋਖ ਦੇ ਆਨੰਦ ਦਾ ਜੇ ਸਾਨੂੰ ਅਹਿਸਾਸ ਹੋ ਜੇ, ਕਿਉਂਕਿ ਜਿੰਨਾ ਚਿਰ ਕਿਸੇ ਚੀਜ਼ ਦੀ ਕਦਰ ਨਾ ਹੋਵੇ, ਉਹਦਾ ਕੋਲ ਵੀ ਪਈ ਹੋਵੇ, ਪਤਾ ਨਹੀਂ ਲੱਗਦਾ। ਮੁੱਲ ਵੱਡੀ ਚੀਜ਼ ਹੈ, ਸਾਡੀ ਨਜ਼ਰ ਦਾ ਮੁੱਲ ਹੁੰਦਾ। ਕਹਿੰਦੇ ਹੀਰਾ ਵੱਡਾ ਕਿ ਜੌਹਰੀ? ਹੀਰਾ ਮਹਿੰਗਾ ਕਿ ਜੌਹਰੀ ਮਹਿੰਗਾ? ਜੌਹਰੀ ਮਹਿੰਗਾ, ਕਿਉਂਕਿ ਜੌਹਰੀ ਨੇ ਪੱਥਰ ਨੂੰ ਹੀਰਾ ਮੰਨ ਲਿਆ, ਉਹਨੇ ਬਣਾ ਦਿੱਤਾ, ਉਹਨੇ ਪਰਖ ਲਿਆ। ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਇਹਨਾਂ ਗੁਣਾਂ ਦੇ ਜੌਹਰੀ ਜਦੋਂ ਮਹਾਰਾਜ ਬਣਾਵੇਗਾ, ਫਿਰ ਪਤਾ ਲੱਗੇਗਾ ਵੀ ਸੰਤੋਖ ਕੀ ਚੀਜ਼ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਸਰੋਵਰ 'ਚ ਇਸ਼ਨਾਨ ਕਰਕੇ ਸੰਤੋਖ ਦੀ ਪ੍ਰਾਪਤੀ ਹੋਵੇਗੀ। ਸਗਰੇ ਤਜਹਿ ਕਲੇਸ਼ਰੋ ਦੋਖ, ਔਰ ਸਾਰੇ ਕਲੇਸ਼ ਕੱਟੇ ਜਾਣਗੇ, ਸਾਰੇ ਦੋਸ਼ ਮਿਟ ਜਾਣਗੇ। ਹਾਂਜੀ, ਜਥਾ ਲਾਭ ਸੰਤੋਖ ਬੇਸਾਲਾ, 2 ਪ੍ਰਕਾਰ ਦਾ ਸੰਤੋਖ ਹੁੰਦਾ ਹੈ, ਮਹਾਰਾਜ ਦੱਸਦੇ ਨੇ। ਯਥਾ ਲਾਭ ਸੰਤੋਖ, ਅਪ੍ਰਾਪਤੀ ਸੰਤੋਖ। ਤੁਸੀਂ ਕਹੋਗੇ ਕਿਹੜੇ ਹਨ? ਸਾਧ ਸੰਗਤ ਜੀ, ਯਥਾ ਲਾਭ ਸੰਤੋਖ ਇਹ ਪਹਿਲਾ ਸਟੈਪ। यथा मैंने जितना, लाभ मैंने लभ गया, जितना प्रसादा मिल गया ओना ही छक के संतोख कर लिया। एक मिल गया एक प्रसादा छक लिया, दो मिले दो छक के संतोख कर लिया।
ਸਾਦਾ ਕੱਪੜਾ ਮਿਲ ਗਿਆ, ਪੁਰਾਣਾ ਮਿਲ ਗਿਆ, ਪਾਟਾ ਮਿਲ ਗਿਆ, ਪਾ ਕੇ ਸੰਤੋਖ ਕਰ ਲਿਆ। ਕੱਖਾਂ ਦੀ ਕੁੱਲੀ ਮਿਲ ਗਈ, ਉਹਦੇ 'ਚ ਰਹਿ ਕੇ ਸੰਤੋਖ ਕਰ ਲਿਆ। ਇਹਨੂੰ ਕਹਿੰਦੇ ਯਥਾ ਲਾਭ ਸੰਤੋਖ। ਜਿੰਨਾ ਮਿਲ ਗਿਆ, ਜਿੰਨਾ ਵਾਹਿਗੁਰੂ ਨੇ ਦਿੱਤਾ, ਉਹਨੇ ਤੇ ਹੀ ਸੰਤੋਖ। ਇਹਨੂੰ ਯਥਾ ਲਾਭ ਸੰਤੋਖ ਕਹਿੰਦੇ ਆ। ਹਾਂਜੀ, ਅਹੈ ਮੁਖ ਜੇ ਸਦਗੁਣ ਜਾਲਾ। ਸਾਰੇ ਚੰਗੇ ਗੁਣਾਂ ਦਾ ਮੁੱਖ ਗੁਣ ਜਿਹੜਾ ਹੈ ਇਹ ਹੈ। ਸਾਰੇ ਚੰਗੇ ਗੁਣਾਂ ਦਾ, ਸਾਰੇ ਜਿੰਨੇ ਗੁਣ ਨੇ, ਚੰਗੇ ਗੁਣ, ਚੰਗੀਆਂ ਗੱਲਾਂ ਜਿਹੜੇ ਸਾਡੇ ਕਰੈਕਟਰ ਨੂੰ ਬਣਾਉਣ ਵਾਲੀਆਂ ਗੱਲਾਂ ਨੇ, ਉਹਨਾਂ ਦਾ ਮੁਖੀ ਸਰਦਾਰ ਹੈ ਸੰਤੋਖ। ਮਹਾਰਾਜ ਨੇ ਲਿਖਿਆ ਨਾ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੰਤੋਖ ਬੜੀ ਵੱਡੀ ਚੀਜ਼ ਹੈ। ਯਥਾ ਲਾਭ, ਜਿੰਨਾ ਰੱਬ ਨੇ ਦੇਤਾ ਉਹਦੇ ਤੇ ਠੀਕ ਹੈ, ਓਨਾ ਹੀ ਠੀਕ ਹੈ। ਇੱਕ ਛੋਟੀ ਗੱਲ ਨਹੀਂ, ਬੜੀ ਵੱਡੀ ਗੱਲ ਹੈ, ਬੜੀ ਵੱਡੀ ਗੱਲ। ਪਰ ਇਸ ਤੋਂ ਵੀ ਵੱਡਾ ਇੱਕ ਸੰਤੋਖ ਹੈ, ਉਹ ਹੋਰ ਹੈ। ਉਹ ਕੀ ਹੈ? ਅਪ੍ਰਾਪਤੀ ਸੰਤੋਖ। ਕੁਛ ਵੀ ਨਹੀਂ ਮਿਲਿਆ ਤਾਂ ਵੀ ਸੰਤੋਖ। ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ, ਪ੍ਰਸ਼ਾਦਾ ਵੀ ਨਹੀਂ ਮਿਲਿਆ ਤਾਂ ਵੀ ਰੱਜੇ ਹੋਏ। ਇੰਨੀ ਗੱਲ ਕਹਿਣੀ ਸੌਖੀ ਹੈ, ਕਥਾ ਕਰਨੀ ਸੌਖੀ ਹੈ, ਸੁਣਨੀ ਸੌਖੀ, ਮਾਫ ਕਰਨਾ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਪ੍ਰਾਪਤ ਹੋ ਜਾਂਦਾ ਹੈ ਉਹਦੀ ਕਿਰਪਾ ਨਾਲ। ਇੱਥੋਂ ਮਿਲੇਗਾ ਮੇਰੇ ਸਿੱਖਾਂ ਨੂੰ ਦੋਵੇਂ ਤਰ੍ਹਾਂ ਦਾ ਸੰਤੋਖ ਮਿਲੇਗਾ। ਹਾਂਜੀ, ਪਾਏ ਸਿੱਖ ਸੁਖ ਲਹੈ ਸਦੀਵਾ। ਮੇਰੇ ਸਿੱਖ ਸੁੱਖ ਲੈਣਗੇ ਸੰਤੋਖ ਨਾਲ, ਕਿਉਂਕਿ ਬਿਨਾਂ ਸੰਤੋਖ ਦੇ ਕੋਈ ਸੁਖੀ ਹੁੰਦਾ ਨਹੀਂ। ਦੁਨੀਆ 'ਚ ਜਿੱਡੇ ਮਰਜ਼ੀ ਪੈਸੇ ਵਾਲੇ ਧਨਾੜ ਬੰਦੇ ਹੋਣ, ਅੰਦਰ ਚਿੰਤਾ ਫਿਕਰ ਡਰ ਲੱਗਾ ਹੀ ਰਹਿੰਦਾ। ਸੰਤੋਖੀਆਂ ਨੂੰ ਸਦਾ ਆਨੰਦ ਹੁੰਦਾ। ਇੱਥੋਂ ਮੇਰੇ ਸਿੱਖਾਂ ਨੂੰ ਸੰਤੋਖ ਸਰ ਇਸ਼ਨਾਨ ਕਰਕੇ ਸੰਤੋਖ ਦੀ ਪ੍ਰਾਪਤੀ ਹੋਵੇਗੀ। ਮਹਾ ਮਹਾਤਮ ਤੀਰਥ ਥੀਵਾ। ਸ੍ਰੀ ਅੰਮ੍ਰਿਤਸਰ ਦਾ ਇਹ ਪਹਿਲਾ ਸਰੋਵਰ ਹੈ ਸੰਤੋਖਸਰ, ਇਹਦਾ ਵੱਡਾ ਮਹਾਤਮ ਹੋਵੇਗਾ। ਹਾਂਜੀ, ਅਬ ਸ੍ਰੀ ਅੰਮ੍ਰਿਤਸਰ ਕੀ ਕਾਰ। ਹੁਣ ਭਾਈ ਅੰਮ੍ਰਿਤਸਰ ਦੀ ਸੇਵਾ ਕਰਾਓ। ਇਹ ਵੀ ਬਣ ਜਾਏਗਾ, ਪਰ ਪਹਿਲਾਂ ਅੰਮ੍ਰਿਤਸਰ ਬਣਾਉਣਾ। ਹੁਣ ਇਹ ਹੁਕਮ ਹੋਇਆ, ਗੁਰੂ ਅਮਰਦਾਸ ਨੇ ਆਪ ਕਿਹਾ। ਸੋ ਸੰਤੋਖਸਰ ਦਾ ਕੰਮ ਵਿੱਚੇ ਰੁਕ ਗਿਆ। ਖੁਦਾਈ ਹੋ ਗਈ, ਪੱਕਾ ਨਹੀਂ ਹੋ ਸਕਿਆ। ਜਲ ਉਹਦੇ 'ਚ ਭਰ ਗਿਆ, ਮੀਂਹ ਦਾ ਪਾਣੀ ਵੀ ਰੁਕਿਆ ਰਿਹਾ। ਸੰਗਤਾਂ ਬਹੁਤ ਚਿਰ ਇਸ਼ਨਾਨ ਕਰਦੀਆਂ ਵੀ ਰਹੀਆਂ। ਜਿਵੇਂ ਤੁਹਾਨੂੰ ਦੱਸਿਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਆ ਕੇ ਸਾਰੇ ਸਰੋਵਰ ਪੱਕੇ ਹੋਏ ਨੇ। ਪਹਿਲਾਂ ਅੰਮ੍ਰਿਤਸਰ ਹੀ ਪੱਕਾ ਸੀ ਇਕੱਲਾ। ਤਰਨ ਤਾਰਨ ਸਾਹਿਬ ਵੀ ਵਿੱਚੇ ਰਹਿ ਗਿਆ ਸੀ। ਇੱਕ ਪਾਸੇ ਦੇ ਪੌੜੀਆਂ ਬਣੀਆਂ ਸੀ, 3 ਪਾਸੇ ਦੀਆਂ ਬਣਨੀਆਂ ਸੀ। ਨੂਰਦੀਨ ਸਰਾਂ ਜਿਹੜੀ ਆ, ਤਰਨ ਤਾਰਨ ਤੋਂ ਜਾਈਏ ਨਾ ਕਦੀ ਝਬਾਲ ਨੂੰ, ਰੋਡ 'ਤੇ ਆਉਂਦੀ ਨੂਰਦੀਨ ਦੀ ਸਰਾਂ। ਉੱਥੋਂ ਦਾ ਇੱਕ ਮੁਸਲਮਾਨ ਨੂਰਦੀਨ ਉਹ ਆਇਆ ਤੇ ਸਿੱਖਾਂ ਨੂੰ ਪਹਿਲਾਂ ਤਾਂ ਕਹਿੰਦਾ ਇੱਟਾਂ ਵੇਚ ਦਿਓ। ਉਹ ਕਹਿੰਦੇ ਸਰੋਵਰ ਦੀਆਂ ਇੱਟਾਂ ਅਸੀਂ ਵੇਚ ਨਹੀਂ ਸਕਦੇ, ਸਰੋਵਰ 'ਤੇ ਲਾਣੀ। ਉਹ ਕਹਿੰਦਾ ਨਹੀਂ ਵੇਚਦੇ, ਮੈਂ ਚੁੱਕ ਕੇ ਲੈ ਜਾਣਾ। ਜ਼ਬਰਦਸਤੀ ਚੁੱਕ ਕੇ ਲੈ ਗਿਆ। ਸਿੱਖਾਂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਜੀ ਨੂਰਦੀਨ ਇੱਟਾਂ ਜ਼ਬਰਦਸਤੀ ਚੁੱਕ ਕੇ ਲੈ ਗਿਆ ਆਪਣੀ ਸਰਾਂ ਨੂੰ ਲਾਉਣ ਵਾਸਤੇ। ਮਹਾਰਾਜ ਕਹਿੰਦੇ ਮੇਰੇ ਸਿੰਘ ਆਉਣਗੇ, ਸਰਾਂ ਤੋੜ ਦੇਣਗੇ, ਇੱਟਾਂ ਫਿਰ ਲਿਆ ਕੇ ਸਰੋਵਰ ਨੂੰ ਲਾਉਣਗੇ। ਮਿਸਲਾਂ ਵੇਲੇ ਖਾਲਸੇ ਨੇ ਸਾਰੀ ਸਰਾਂ ਢਾਹ ਕੇ ਇੱਟਾਂ ਲਿਆ ਕੇ ਫਿਰ ਸਰੋਵਰ ਨੂੰ ਲਾਈਆਂ। ਤੋ ਸਾਧ ਸੰਗਤ ਜੀ, ਇਹ ਗੁਰੂ ਦੇ ਭਾਣੇ ਹੀ ਸੀ। ਮਹਾਰਾਜ ਕਹਿੰਦੇ ਜੇ ਉਸ ਵੇਲੇ ਪੱਕੇ ਬਣ ਜਾਂਦੇ ਤੇ ਜਿਹੜੀ ਸੇਵਾ ਸਿੰਘਾਂ ਨੂੰ ਬਾਅਦ 'ਚ ਮਿਲਣੀ ਸੀ ਉਹ ਕਿਵੇਂ ਮਿਲਣੀ ਸੀ। ਜਿਹੜੇ ਰਾਜ ਦੇ ਬਚਨ ਹੋਣੇ ਸੀ ਵੀ ਮੇਰੇ ਸਿੰਘ ਰਾਜੇ ਹੋਣਗੇ, ਮੇਰੇ ਸਿੰਘ ਬਾਦਸ਼ਾਹ ਹੋਣਗੇ, ਉਹ ਆ ਕੇ ਸੇਵਾ ਕਰਨਗੇ, ਉਹ ਬਚਨ ਵੀ ਤਾਂ ਖਾਲਸੇ ਨੂੰ ਮਿਲਣੇ ਸੀ। ਸੋ ਇਸ ਕਰਕੇ ਸੰਤੋਖਸਰ ਦੀ ਸੇਵਾ ਵਿੱਚੇ ਰੁਕ ਗਈ, ਕੱਚਾ ਰਹਿ ਗਿਆ। ਅੰਮ੍ਰਿਤਸਰ ਮਹਾਰਾਜ ਨੇ ਪੱਕਾ ਕਰਨਾ। ਹੁਣ ਉਹਦੀ ਸੇਵਾ ਸ਼ੁਰੂ ਹੋਈ। ਕਥਾ ਆਪਾਂ ਰੋਜ਼ ਸੁਣਿਆ ਕਰੀਏ। ਘਰ ਵੀ TV 'ਤੇ ਆਉਂਦੀ ਹੈ, ਨੈੱਟ 'ਤੇ ਆਉਂਦੀ, ਕਈ ਸਾਧਨ ਨੇ, ਬਹੁਤ ਦੂਰ ਦੂਰ ਤੋਂ ਸੰਗਤਾਂ ਸੁਣਦੀਆਂ ਵੀ ਨੇ। ਤੋ ਭਾਗਾਂ ਵਾਲਿਓ ਭਾਈ, ਇਹ ਗੁਰੂ ਸਾਹਿਬ ਜੀ ਦੇ ਸਰੋਵਰ ਦੀ ਕਥਾ ਸੁਣ ਰਹੇ ਹਾਂ, ਹਾਜ਼ਰੀ ਲੱਗੇਗੀ। ਐਸਾ ਲਿਖਿਆ ਹੈ ਕਿ ਜੇ ਆਪਾਂ ਉੱਥੇ ਹਾਜ਼ਰ ਨਹੀਂ ਸੀ ਨਾ ਉਸ ਵੇਲੇ, ਜੇ ਸੁਣ ਲਾਂਗੇ ਤੇ ਹਾਜ਼ਰ ਹੋ ਜਾਵਾਂਗੇ, ਉਸ ਟਾਈਮ ਵਿੱਚ ਚਲੇ ਜਾਵਾਂਗੇ। ਸੁਰਤੀ ਦੀ ਤਾਂ ਹਾਜ਼ਰੀ ਹੁੰਦੀ ਹੈ, ਗੁਰੂ ਘਰ ਹਾਜ਼ਰੀ ਸੁਰਤੀ ਦੀ ਹੁੰਦੀ ਹੈ, ਸਰੀਰ ਦੀ ਨਹੀਂ। ਜੇ ਸਰੀਰ ਗੈਰ ਹਾਜ਼ਰ ਵੀ ਹੋਵੇ, ਮਨ ਹਾਜ਼ਰ ਹੋ ਜੇ, ਉੱਥੇ ਮਹਾਰਾਜ ਦੇ ਚਰਨਾਂ 'ਚ ਸੇਵਾ 'ਚ ਸਾਡਾ ਵੀ ਹਿੱਸਾ ਪੈ ਜਾਂਦਾ। ਜਦੋਂ ਆਪਾਂ ਮਹਾਰਾਜ ਦੇ ਸਿੱਖਾਂ ਦੇ ਉਹ ਬਚਨ ਸੁਣਦੇ ਹਾਂ, ਕਿਵੇਂ ਸੇਵਾ ਕਰਦੇ ਸੀ, ਕਿਵੇਂ ਟੋਕਰੀਆਂ ਪੱਟਦੇ ਸੀ, ਮਿੱਟੀ ਕਿਵੇਂ ਬਾਹਰ ਸਿੱਟਦੇ ਸੀ, ਕਿੰਨਾ ਪਿਆਰ ਸੀ ਉਹਨਾਂ ਦੇ ਅੰਦਰ, ਕਿਵੇਂ ਬੇਰ ਥੱਲੇ ਬਹਿ ਕੇ ਬਾਬਾ ਬੁੱਢਾ ਜੀ ਸੇਵਾ ਕਰਾਉਂਦੇ, ਕਿਵੇਂ ਭਾਈ ਸਾਲੋ ਜੀ ਸੇਵਾ ਕਰਾਉਂਦੇ, ਕਿਵੇਂ ਭਾਈ ਬਹਿਲੋ ਜੀ ਸੇਵਾ ਕਰਾਉਂਦੇ, ਕਿਵੇਂ ਭਾਈ ਪੁਰਾਣਾ ਮੰਝ
ਇਹ ਸਾਰੇ ਬ੍ਰਹਮ ਗਿਆਨੀ ਮਹਾਂਪੁਰਸ਼ ਸੀਗੇ, ਇੱਕ ਤੋਂ ਇੱਕ ਚੜ੍ਹਦੀਆਂ ਅਵਸਥਾ ਦੇ ਮਾਲਕ ਸੀਗੇ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਗੁਰਦੇਵ ਉਹ ਸੇਵਾ ਕਰਾ ਰਹੇ ਸਨ। ਆਪਾਂ ਇਹ ਕਥਾ ਸੁਣ ਕੇ ਜੀਵਨ ਸਫਲਾ ਕਰਨਾ ਹੈ। ਕੱਲ੍ਹ ਨੂੰ ਜਿਵੇਂ ਭਾਈ ਸਾਹਿਬ ਜੀ ਦੱਸ ਰਹੇ ਸਨ, ਸਾਡੇ ਸਤਿਕਾਰਯੋਗ ਜਰਨੈਲ ਸਿੰਘ ਜੀ ਪ੍ਰਧਾਨ ਸਾਹਿਬ, ਬਈ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਵੱਡਾ ਘੱਲੂਘਾਰਾ 5 ਫਰਵਰੀ 1762 ਨੂੰ ਕੋਪਰੀੜੇ ਦੇ ਮੈਦਾਨ ਵਿੱਚ ਅਹਿਮਦ ਸ਼ਾਹ ਅਬਦਾਲੀ ਕਸਮ ਪਾ ਕੇ ਆਇਆ, ਅੱਜ ਮੈਂ ਸਿੱਖਾਂ ਦਾ ਪੰਥ ਸਦਾ ਲਈ ਖਤਮ ਕਰ ਦੇਣਾ। ਤੇ 2.5 ਲੱਖ ਫੌਜ ਲੈ ਕੇ ਸਿੱਖਾਂ ਦੇ ਹੱਲਾ ਬੋਲਿਆ ਉਹਨੇ। ਤੇ ਉਸ ਦਿਨ ਇੱਕੋ ਦਿਨ ਦੇ ਵਿੱਚ 30,000 ਸਿੰਘ ਸਿੰਘਣੀਆਂ ਬੱਚੇ ਬੁੱਢੇ ਸ਼ਹੀਦ ਹੋਏ। ਤੇ 40 ਮੀਲ ਲਗਭਗ ਧਰਤੀ 30-40 ਮੀਲ ਲਾਲ ਹੀ ਹੋ ਗਈ ਸੀ ਧਰਤੀ ਖੂਨ ਨਾਲ। ਹੁਣ ਵੀ ਉੱਥੋਂ ਉਹਨਾਂ ਪਿੰਡਾਂ 'ਚ ਜਾਈਏ ਤੇ ਉਹ ਪਤਾ ਲੱਗਦਾ ਵੀ ਥੱਲਿਓਂ ਸਰੀਰਾਂ ਦੇ ਕਰੰਗ ਨਿਕਲਦੇ ਆ, ਹੱਡ ਨਿਕਲਦੇ ਆ। ਸਿੰਘਾਂ ਸ਼ਹੀਦਾਂ ਦੇ ਮੁਸਲਮਾਨਾਂ ਦੇ ਲੜਾਈ 'ਚ ਹੋਈ। 10,000 ਤੇ ਤੁਰਕ ਮਾਰੇ ਗਏ ਪਠਾਨ, 10,000 ਸਿੰਘਾਂ ਦੀ ਫੌਜ ਮਾਰੀ ਗਈ ਲੜਦੀ ਹੋਈ, 20,000 ਬੀਬੀਆਂ ਬੱਚੇ ਤੇ ਬੁੱਢੇ ਸ਼ਹੀਦ ਹੋ ਗਏ। ਇਹ ਕੁੱਲ 40,000 ਉੱਥੇ ਲਾਸ਼ਾਂ ਵਿਚ ਗਈਆਂ ਸਨ। ਉਹ ਦਿਹਾੜਾ ਆਪਾਂ ਕੱਲ੍ਹ ਨੂੰ ਮਨਾਉਣਾ ਹੈ, ਸ਼ਹੀਦਾਂ ਨੂੰ ਯਾਦ ਕਰਨਾ। ਇਤਨੇ ਬਚਨ ਪ੍ਰਵਾਨ ਕਰਨੇ, ਹੇ ਗੋਬਿੰਦ ਹੇ ਗੋਪਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ, ਆਂਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ